हाँ जी, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ, ਉਸ ਦੇ ਵਿਚਾਰ ਪ੍ਰਾਰੰਭ ਕਰਨ ਜਾ ਰਹੇ ਹਾਂ, ਜੋ ਆਪਾਂ ਲੜੀਵਾਰ ਕਰਦੇ ਆ ਰਹੇ ਹਾਂ। ਪਿਛਲੀ ਕਥਾ ਦੌਰਾਨ ਜਦੋਂ ਆਪਾਂ ਵਿਚਾਰ ਕਰ ਰਹੇ ਸਾਂ ਅਸ਼ਟਪਦੀ ਨੰਬਰ 12 ਦਾ ਅਖੀਰਲਾ ਬੰਦ, ਤੇ ਆਪਾਂ ਇਹ ਗੱਲ ਸਮਝੀ ਸੀ ਕਿ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਆਖਿਆ ਸੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਇਸ ਅਸ਼ਟਪਦੀ ਦਾ ਜਿਹੜਾ ਸ਼ਲੋਕ ਸੀ ਉਹ ਸੀ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਆਪਾਂ ਇਸ ਸ਼ਲੋਕ ਨੂੰ ਬੜੀ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਜਿਹੜਾ ਨਿਮਰਤਾ ਭਾਵ ਵਾਲਾ ਆਦਮੀ ਹੁੰਦਾ ਹੈ, ਉਹ ਸੰਸਾਰ ਵਿੱਚ ਸੁੱਖ ਨਾਲ ਸ਼ਾਂਤੀ ਨਾਲ ਵੱਸਦਾ ਜਿਉਂਦਾ ਹੈ। ਜਿਹੜੇ ਹੰਕਾਰ ਕਰਨ ਵਾਲੇ ਹੁੰਦੇ ਨੇ, ਉਹ ਆਪਣੇ ਹੰਕਾਰ ਵਿੱਚ ਹੀ ਗਲ ਸੜ ਜਾਂਦੇ ਨੇ। ਤੇ ਅਖੀਰ ਤੇ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇਹ ਗੱਲ ਆਖੀ ਸੀ ਕਿ ਜਿਹੜਾ ਵੀ ਮਨੁੱਖ ਪਰਮੇਸ਼ਵਰ ਦੇ ਨਾਮ ਨੂੰ ਜਪੇਗਾ ਜਾਂ ਜਪਦਾ ਏ, ਆਪਣੇ ਮਨ ਵਿੱਚ ਪ੍ਰਭੂ ਦੀ ਪ੍ਰੀਤੀ ਨੂੰ ਪੈਦਾ ਕਰਕੇ, ਯਾਨੀ ਬੜੇ ਪਿਆਰ ਨਾਲ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਆਪਣੇ ਮਨ ਵਿੱਚ ਕਰਦਾ ਹੈ, ਉਹਦਾ ਮਨ, ਉਹਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਸੋ ਅਹੰਕਾਰ ਤੋਂ ਬਚਣ ਲਈ ਜਾਂ ਵਿਕਾਰਾਂ ਤੋਂ ਬਚਣ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦਾ ਨਾਮ ਆਪਣੇ ਮਨ ਵਿੱਚ ਪ੍ਰਭੂ ਦੀ ਪ੍ਰੀਤ ਪੈਦਾ ਕਰਕੇ, ਯਾਨੀ ਉਹਦੇ ਨਾਲ ਪਿਆਰ ਦੀ ਭਾਵਨਾ ਪੈਦਾ ਕਰਕੇ ਫਿਰ ਨਾਮ ਜਪਿਆ ਕਰੀਏ। ਇਸ ਤਰ੍ਹਾਂ ਨਾਮ ਜਪਣ ਨਾਲ ਅਸੀਂ ਅਹੰਕਾਰ ਅਤੇ ਇਹਦੇ ਨਾਲ ਦੇ ਹੋਰ ਜਿਹੜੇ ਵੀ ਰੋਗ ਨੇ, ਉਹਨਾਂ ਤੋਂ ਬਚ ਸਕਦੇ ਹਾਂ ਤੇ ਆਪਣਾ ਮਨ ਜਿਹੜਾ ਹੈ ਉਹ ਪਵਿੱਤਰ ਹੋ ਸਕਦਾ ਹੈ। ਅੱਜ ਆਪਾਂ ਅਸ਼ਟਪਦੀ ਨੰਬਰ 13, ਉਸ ਦਾ ਸ਼ਲੋਕ ਅਤੇ ਉਸ ਦਾ ਬੰਦ ਨੰਬਰ 1 ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਜਿਹੜਾ ਸ਼ਲੋਕ ਹੈ, ਇਹ ਆਪ ਜੀ ਸਮਝਦੇ ਹੋ ਕਿ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਲਿਖੇ ਨੇ, ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਇਹਦੇ ਜਿਹੜੇ ਸਰਲਾਰਥ ਨੇ, ਸਰਲ ਅਰਥ ਨੇ, ਉਹ ਇਸ ਤਰ੍ਹਾਂ ਨੇ, ਜਿਹੜਾ ਵੀ ਰੱਬ ਦਾ ਪਿਆਰਾ ਜਨਮੇ ਨੇ ਹੁੰਦਾ ਸੇਵਕ, ਜਿਹੜਾ ਵੀ ਰੱਬ ਦਾ ਪਿਆਰਾ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਹ ਉਧਰਨ ਵਾਲਾ, ਯਾਨੀ ਸੰਸਾਰ ਸਾਗਰ ਤੋਂ ਤਰ ਜਾਣ ਵਾਲਾ ਬਣ ਜਾਂਦਾ ਹੈ। ਭਵਜਲ ਨੂੰ ਪਾਰ ਕਰਨ ਵਾਲਾ ਬਣ ਜਾਂਦਾ ਹੈ। ਭਵਜਲ ਕੀ ਹੈ? ਇੱਕ ਤੇ ਗੱਲ ਹੈ ਕਿ ਅਸੀਂ ਜਨਮ ਤੇ ਮਰਨ ਦੇ ਗੇੜ ਵਿੱਚ ਹਾਂ, ਇਹ ਵੀ ਭਵਜਲ ਹੀ ਹੈ। ਇੱਕ ਭਵਜਲ ਨਾ ਸਾਡੇ ਅੰਦਰ ਹਮੇਸ਼ਾ ਲਈ ਕੋਈ ਨਾ ਕੋਈ ਵਿਚਾਰ ਇੱਥੇ ਚੱਲਦੀ ਰਹਿੰਦੀ ਹੈ, ਉਹ ਕਦੀ ਬੰਦ ਨਹੀਂ ਹੁੰਦੀ। ਜਦੋਂ ਆਪਾਂ ਸੌਂ ਜਾਂਦੇ ਹਾਂ, ਉਦੋਂ ਉਹ ਵਿਚਾਰ ਸੁਪਨਿਆਂ ਦਾ ਰੂਪ ਧਾਰਨ ਕਰ ਲੈਂਦੀ ਏ, ਤੇ ਜਦੋਂ ਆਪਾਂ ਜਾਗ ਜਾਂਦੇ ਹਾਂ, ਉਦੋਂ ਉਹ ਫੁਰਨੇ ਤੇ ਸੰਕਲਪ ਤੇ ਵਿਕਲਪ ਬਣਨੇ ਸ਼ੁਰੂ ਹੋ ਜਾਂਦੇ ਨੇ। ਇਹ ਵੀ ਇੱਕ ਭਵਜਲ ਏ, ਇਹਦੇ ਵਿੱਚੋਂ ਵੀ ਨਹੀਂ ਮਨੁੱਖ ਕੋਲੋਂ ਨਿਕਲਿਆ ਜਾਂਦਾ। ਪਰ ਜਿਹੜਾ ਮਨੁੱਖ ਸੰਤਾਂ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ, ਉਹ ਇਸ ਭਵਜਲ ਤੋਂ ਤਰਨ ਵਾਲਾ ਬਣ ਜਾਂਦਾ ਹੈ। ਲੇਕਿਨ ਦੂਜੇ ਪਾਸੇ ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ।
ਜਿਹੜੇ ਲੋਕ ਸੰਤਾਂ ਦੀ ਨਿੰਦਿਆ ਕਰਦੇ ਨੇ, ਸਤਿਗੁਰੂ ਫਰਮਾਉਂਦੇ ਨੇ ਕਿ ਉਹਨਾਂ ਦਾ ਮੁੜ ਮੁੜ ਕੇ ਜਨਮ ਹੁੰਦਾ ਰਹਿੰਦਾ ਹੈ। ਭਾਵ ਉਹ ਜਨਮ ਲੈਂਦੇ ਨੇ, ਮਰ ਜਾਂਦੇ ਨੇ, ਜਨਮ ਲੈਂਦੇ ਨੇ ਤੇ ਮਰ ਜਾਂਦੇ ਨੇ। ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਇਹ ਭਵਜਲ ਦਾ ਗੇੜਾ ਇਹ ਚੱਲਦਾ ਰਹਿੰਦਾ ਹੈ, ਕਦੀ ਮੁੱਕਦਾ ਨਹੀਂ, ਜਿਹੜੇ ਲੋਕ ਸੰਤਾਂ ਦੀ ਨਿੰਦਿਆ ਕਰਦੇ ਨੇ। ਸੋ ਅੱਜ ਅਸੀਂ ਇਸ ਸ਼ਲੋਕ ਉੱਤੇ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲਗਾਵਾਂਗੇ ਤੇ ਫਿਰ ਅਖੀਰ ਤੇ ਆਪਾਂ ਬੰਦ ਵੀ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜੇ ਥੋੜ੍ਹਾ ਬਹੁਤ ਰਹਿ ਗਿਆ ਤੇ ਫਿਰ ਆਪਾਂ ਅਗਲੀ ਜਿਹੜੀ ਕਲਾਸ ਹੋਏਗੀ ਉਹਦੇ ਵਿੱਚ ਕਰ ਲਵਾਂਗੇ। ਅੱਜ ਆਪਾਂ ਇਹ ਜਿਹੜਾ ਸ਼ਲੋਕ ਹੈ ਉਹਦੇ ਸੰਬੰਧ ਵਿੱਚ 4 ਚੀਜ਼ਾਂ ਸਮਝਣੀਆਂ ਨੇ। ਪਹਿਲੀ ਗੱਲ ਹੈ ਕਿ ਅਸੀਂ ਸੰਤ ਕਿਸ ਨੂੰ ਆਖਦੇ ਨੇ ਇਹ ਸਮਝਣਾ ਹੈ, ਕਿਉਂਕਿ ਇੱਥੇ ਗੱਲ ਹੈ ਸੰਤ ਸ਼ਰਨ ਜੋ ਜਨ ਪਰ ਹੈ, ਜਿਹੜਾ ਮਨੁੱਖ ਸੰਤਾਂ ਦੀ ਸ਼ਰਨ ਵਿੱਚ ਪੈ ਜਾਏ। ਤੇ ਸੰਤ ਕੌਣ ਹੈ ਆਪਾਂ ਇਹ ਸਮਝਣਾ ਹੈ। ਫਿਰ ਇਹ ਸਮਝਣਾ ਹੈ ਸੰਤਾਂ ਦੀ ਸ਼ਰਨ ਕੀ ਹੈ। ਕਿ ਕਿਸੇ ਡੇਰੇ ਤੇ ਜਾ ਕੇ ਬਹਿ ਜਾਈਏ, ਕਿਸੇ ਆਸ਼ਰਮ ਤੇ ਚਲੇ ਜਾਈਏ, ਉਹ ਸੰਤਾਂ ਦੀ ਸ਼ਰਨ ਹੈ ਜਾਂ ਕੁਝ ਹੋਰ ਹੈ, ਆਪਾਂ ਇਸ ਨੂੰ ਸਮਝਾਂਗੇ। ਨੰਬਰ 3 ਸਮਝਾਂਗੇ, ਕਿਉਂਕਿ ਇੱਥੇ ਲਿਖਿਆ ਗੁਰੂ ਜੀ ਨੇ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹ ਨਿੰਦਿਆ ਕੀ ਹੈ, ਨਿੰਦਿਆ ਕਿਸ ਨੂੰ ਆਖਦੇ ਨੇ। ਤੇ ਫਿਰ ਅਖੀਰ ਤੇ ਆ ਕਿ ਇਹ ਜਿਹੜੀ ਸਾਰੀ ਅਸ਼ਟਪਦੀ ਹੈ ਇਹਦੇ ਵਿੱਚ ਗੁਰੂ ਸਾਹਿਬ ਨੇ ਸੰਤਾਂ ਦੀ ਨਿੰਦਿਆ ਦੀ ਹੀ ਗੱਲ ਕੀਤੀ ਹੈ, ਪੂਰੇ 8 ਬੰਦ। ਔਰ ਉਹਨਾਂ ਦੇ ਵਿੱਚ ਅਖੀਰ ਤੇ ਹਰ ਬੰਦ ਵਿੱਚ ਦੱਸਿਆ ਹੈ ਕਿ ਜਿਹੜਾ ਵੀ ਮਨੁੱਖ ਭਾਵੇਂ ਉਹ ਨਿੰਦਿਆ ਕਰਨ ਵਾਲਾ ਹੀ ਕਿਉਂ ਨਾ ਹੋਵੇ, ਪਰ ਜੇ ਉਹ ਸੰਤਾਂ ਦੀ ਸ਼ਰਨ ਵਿੱਚ ਆ ਜਾਏ, ਸੰਤਾਂ ਦੀ ਸੰਗਤ ਵਿੱਚ ਆ ਜਾਏ ਤੇ ਉਹਦਾ ਵੀ ਭਲਾ ਹੋ ਜਾਂਦਾ ਹੈ। ਸੋ ਇਹ 4 ਨੁਕਤੇ ਨੇ, ਛੋਟੇ ਛੋਟੇ 4 ਪੁਆਇੰਟਸ ਨੇ। ਆਪਾਂ ਇਹਨਾਂ ਨੂੰ ਸਮਝ ਕੇ ਤੇ ਫਿਰ ਅੱਗੇ ਅਗਲੀ ਵਿਚਾਰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਸੰਤ ਕਿਸ ਨੂੰ ਆਖਦੇ ਹਨ। ਪਹਿਲੀ ਗੱਲ ਇਹ ਸਮਝ ਲੈਣੀ ਜ਼ਰੂਰੀ ਹੈ ਕਿ ਸੰਤ, ਸਾਧ ਤੇ ਗੁਰੂ ਤੇ ਪਰਮਾਤਮਾ, ਇਹਨਾਂ ਸਾਰਿਆਂ ਵਿੱਚ ਕੋਈ ਭਿੰਨ ਭੇਦ ਨਹੀਂ ਹੁੰਦਾ। ਇਹ ਇੱਕ ਰੂਪ ਹੁੰਦੇ ਨੇ, ਚਾਹੇ ਉਹ ਸੰਤ ਹੋਵੇ, ਚਾਹੇ ਸਾਧੂ ਆਖ ਲਈਏ, ਚਾਹੇ ਗੁਰੂ ਆਖੀਏ, ਚਾਹੇ ਬ੍ਰਹਮ ਗਿਆਨੀ ਆਖੀਏ, ਮੈਂ ਤੇ ਇਹ ਵੀ ਆਖਾਂਗਾ ਚਾਹੇ ਗੁਰਮੁਖ ਆਖੀਏ। ਇਹ ਜਿੰਨੇ ਵੀ ਸ਼ਬਦ ਨੇ, ਇਹ ਨਾਮ ਨੇ ਜਿਹੜੇ, ਇਹ ਸਮ ਆਰਥਿਕ ਸ਼ਬਦ ਨੇ ਔਰ ਇਹਨਾਂ ਸਾਰਿਆਂ ਦਾ ਭਾਵ ਤਕਰੀਬਨ ਇੱਕੋ ਜਿਹਾ ਹੁੰਦਾ ਹੈ, ਥੋੜੇ ਥੋੜੇ ਫਰਕ ਨਾਲ। ਇਹਨਾਂ ਸਾਰਿਆਂ ਦਾ ਤੇ ਪਰਮਾਤਮਾ ਦਾ ਆਪਸ ਵਿੱਚ ਕੋਈ ਭਿੰਨ ਭੇਦ ਨਹੀਂ ਹੁੰਦਾ, ਇਹ ਸਾਰੇ ਇੱਕੋ ਹੁੰਦੇ ਨੇ। ਸੋ ਆਪਾਂ ਇੱਥੇ ਗੁਰੂ ਜੀ ਨੇ ਸੰਤ ਸ਼ਬਦ ਵਰਤਿਆ, ਆਪਾਂ ਵੀ ਸੰਤ ਹੀ ਸ਼ਬਦ ਵਰਤਾਂਗੇ ਕਿ ਸੰਤ ਕਿਸ ਨੂੰ ਆਖਦੇ ਨੇ। ਸੰਤ ਕਿਸੇ ਬਾਣੇ ਦਾ ਨਾਂ ਨਹੀਂ, ਸੰਤ ਕਿਸੇ ਆਦਮੀ ਦਾ ਨਾਂ ਨਹੀਂ, ਸੰਤ ਕਿਸੇ ਖਾਸ ਕਿਸਮ ਦੇ ਕਿਸੇ ਜਥੇਬੰਦੀ ਜਾਂ ਕੁਝ ਇਹੋ ਜਿਹੇ ਲੋਕ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਧਰਮ ਸਿਰਜਣਾ ਕਰ ਲਏ ਹੋਏ ਨੇ, ਉਹਨਾਂ ਦਾ ਨਾਂ ਸੰਤ ਨਹੀਂ ਹੁੰਦਾ। ਸੰਤ ਇੱਕ ਵਿਚਾਰਧਾਰਾ ਹੈ, ਸੰਤ ਇੱਕ ਬੜੀ ਗੂੜ੍ਹੀ ਫਿਲਾਸਫੀ ਹੈ। ਸੰਤ ਸਾਡੇ ਅੰਦਰ ਦੀਆਂ ਭਾਵਨਾਵਾਂ ਹੁੰਦੀਆਂ ਨੇ। ਸੋ ਸੰਤ ਜਿਹੜਾ ਹੈ ਉਹ ਅਸੀਂ ਸਮਝ ਸਕਦੇ ਹਾਂ ਕਿ ਕਿਸੇ ਬਾਣੇ ਦਾ, ਕਿਸੇ ਵਿਅਕਤੀ ਦਾ, ਕਿਸੇ ਸੰਸਥਾ ਦੇ ਮਾਲਕ ਦਾ, ਕਿਸੇ ਸੰਪਰਦਾਈ ਮਨੁੱਖ ਦਾ ਨਾਂ ਸੰਤ ਨਹੀਂ ਹੁੰਦਾ। ਨਾ ਉਹ ਸੰਤ ਹੁੰਦੇ ਨੇ, ਚਾਹੇ ਉਹ ਕੱਪੜੇ ਲੋਕ ਕਿਹੋ ਜਿਹੇ ਪਾ ਲੈਣ। ਸੰਤ ਇੱਕ ਵਿਚਾਰਧਾਰਾ ਦਾ ਨਾਂ ਹੈ। ਉਹ ਵਿਚਾਰਧਾਰਾ ਕੀ ਅਸੀਂ ਉਹ ਗੁਰਬਾਣੀ ਵਿੱਚੋਂ ਸਮਝਦੇ ਹਾਂ। ਗੁਰੂ ਪੰਜਵੇਂ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ, ਸੰਤ ਰਹਿਤ ਸੁਨੋ ਮੇਰੇ ਭਾਈ, ਉਆਕੀ ਮਹਿਮਾ ਕਥਨ ਨਾ ਜਾਈ। ਜਿਹੜੇ ਸੰਤ ਲੋਕ ਹੁੰਦੇ ਨੇ, ਸੰਤਾਂ ਦੀ ਜਿਹੜੀ ਰਹਿਣੀ ਬਹਿਣੀ ਹੁੰਦੀ ਹੈ, ਉਹਨਾਂ ਦਾ ਜੀਵਨ ਜਿਉਣ ਦਾ ਜਿਹੜਾ ਢੰਗ ਤਰੀਕਾ ਹੁੰਦਾ, ਰਹਿਤ ਦਾ ਮਤਲਬ ਜੀ ਕੇਵਲ ਸਰੀਰ ਉੱਤੇ ਕੱਪੜੇ ਪਾਉਣੇ ਨਹੀਂ ਹੁੰਦਾ,
ਵੀ ਸਾਡੇ ਨਾ ਸਿੱਖੀ ਦੇ ਵਿੱਚ ਜ਼ਿਆਦਾਤਰ ਜਿਸ ਬੰਦੇ ਨੇ 5 ਕਕਾਰ ਧਾਰਨ ਕੀਤੇ ਹੋਣ ਉਹਨੂੰ ਆਖਦੇ ਨੇ ਆਦਮੀ ਰਹਿਤ ਬਹਿਤ ਵਾਲਾ ਏ। ਉਹ ਰਹਿਤ ਆਪਣੀ ਜਗ੍ਹਾ ਠੀਕ ਏ, ਲੇਕਿਨ ਰਹਿਤ ਇੱਥੇ ਹੀ ਨਹੀਂ ਮੁੱਕ ਜਾਂਦੀ। ਕੇਵਲ ਕਕਾਰਾਂ ਤੇ ਜਾਂ ਕਿਸੇ ਬਾਣੇ ਉੱਤੇ ਰਹਿਤ ਨਹੀਂ ਖਲੋ ਜਾਂਦੀ। ਰਹਿਤ ਦਾ ਮਤਲਬ ਹੁੰਦਾ ਜੀਵਨ ਜਿਉਣ ਦਾ ਢੰਗ ਕੀ ਏ ਕਿਸੇ ਮਨੁੱਖ ਦਾ, ਉਹਦੀ ਰਹਿਣੀ ਬਹਿਣੀ ਕੀ ਏ, ਉਸ ਨੂੰ ਰਹਿਤ ਆਖਦੇ ਨੇ। ਤੇ ਸੰਤ ਰਹਿਤ ਸੁਣੋ ਮੇਰੇ ਭਾਈ, ਹੈ ਮੇਰੇ ਭਰਾਵੋ, ਪੰਜਵੇਂ ਪਾਤਸ਼ਾਹ ਜੀ ਆਪਾਂ ਨੂੰ ਆਖਦੇ ਨੇ ਤੁਸੀਂ ਸੰਤਾਂ ਦਾ ਜੋ ਜੀਵਨ ਜਿਉਣ ਦਾ ਤਰੀਕਾ ਹੈ ਉਹ ਸੁਣੋ, ਮੈਂ ਤੁਹਾਨੂੰ ਦੱਸਦਾ ਉਹ ਕੀ ਹੁੰਦਾ ਹੈ। ਪਰ ਇੱਕ ਗੱਲ ਉਹਨਾਂ ਨੇ ਆਖ ਦਿੱਤੀ ਪਹਿਲਾਂ ਹੀ, ਉਹ ਆਕੀ ਮਹਿਮਾ ਕਥਨ ਨਾ ਜਾਈ। ਸੰਤਾਂ ਦਾ ਜੋ ਜੀਵਨ ਜਿਉਣ ਦਾ ਢੰਗ ਹੈ, ਸੰਤਾਂ ਦੀ ਜਿਹੜੀ ਰਹਿਤ ਬਹਿਤ ਹੈ, ਉਹਨਾਂ ਮਹਾਂਪੁਰਸ਼ਾਂ ਦੀ ਜਿਹੜੀ ਮਹਿਮਾ ਹੈ ਉਸ ਦਾ ਕਥਨ ਨਹੀਂ ਕੀਤਾ ਜਾ ਸਕਦਾ ਪੂਰਨ ਤੌਰ ਤੇ। ਲੇਕਿਨ ਉਹਨਾਂ ਨੇ ਕਥਨ ਕੀਤਾ ਇੱਕ ਸ਼ਬਦ ਹੈ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 392 ਦੇ ਉੱਤੇ। ਉਹਦੇ ਵਿੱਚ ਉਹਨਾਂ ਨੇ ਸੰਤਾਂ ਦੀ ਰਹਿਤ ਦਾ ਕਥਨ ਕੀਤਾ ਹੋਇਆ ਸੰਖੇਪ ਵਿੱਚ। ਤੁਸੀਂ ਇਹ ਸ਼ਬਦ ਨੂੰ ਨਾ ਆਪ ਸਾਰਾ ਪੜ੍ਹਨਾ, 392 ਨੰਬਰ ਤੇ ਪੰਨਾ ਨੰਬਰ ਤੇ ਸ਼ਬਦ ਹੈ। ਸੋ ਅੱਜ ਮੈਂ ਸਿਰਫ ਉਹਦਾ ਪਹਿਲਾ ਬੰਦ ਤੁਹਾਡੇ ਨਾਲ ਸਾਂਝਾ ਕਰਨਾ ਹੈ। ਉਸ ਪਹਿਲੇ ਬੰਦ ਵਿੱਚ ਗੁਰੂ ਜੀ ਨੇ ਲਿਖਿਆ ਉਹਨਾਂ ਦੀ ਰਹਿਤ ਬਾਰੇ, ਸੰਤਾਂ ਦੀ ਯਾਨੀ ਰਹਿਤ ਬਾਰੇ, ਕਿ 8 ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪੱਗ ਛਾਰ। ਇਹ ਪਹਿਲੇ ਬੰਦ ਵਿੱਚ ਸੰਤਾਂ ਦੀ ਰਹਿਤ ਬਾਰੇ ਉਹਨਾਂ ਨੇ ਸਾਨੂੰ ਦੱਸਿਆ। 4 ਗੱਲਾਂ ਦੱਸੀਆਂ ਨੇ, ਆਪਾਂ ਚਾਰੇ ਸਮਝਣੀਆਂ ਨੇ। ਪਹਿਲੀ ਗੱਲ, ਉਸ ਨੂੰ ਸੰਤ ਆਖਿਆ ਜਾ ਸਕਦਾ ਹੈ 8 ਪਹਿਰ ਨਿਕਟ ਕਰ ਜਾਣੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ, ਪਰਮਾਤਮਾ ਨੂੰ 8 ਪਹਿਰ ਯਾਨੀ 24 ਘੰਟੇ 7 ਦਿਨ ਸਵਾਸ ਸਵਾਸ ਆਪਣੇ ਨੇੜੇ ਸਮਝਦਾ ਹੋਵੇ ਕਿ ਪਰਮਾਤਮਾ ਮੇਰੇ ਤੋਂ ਕਿਤੇ ਦੂਰ ਨਹੀਂ, ਪਰਮਾਤਮਾ ਮੇਰੇ ਤੋਂ ਲਾਂਭੇ ਨਹੀਂ, ਪਰਮਾਤਮਾ ਬਿਲਕੁਲ ਮੇਰੇ ਨਾਲ ਰਹਿੰਦਾ ਹੈ, ਮੇਰੇ ਅੰਦਰ ਤੇ ਮੇਰੇ ਬਾਹਰ ਉਹ ਹਰ ਵਕਤ ਮੌਜੂਦ ਰਹਿੰਦਾ ਹੈ। ਇੱਕ ਗੱਲ ਪਹਿਲੀ ਇਹ ਆ ਸੰਤ ਦੀ ਨਿਸ਼ਾਨੀ। ਉਹਨੇ ਕੱਪੜੇ ਕਿਹੋ ਜਿਹੇ ਪਾਏ ਨੇ ਇਹਦੇ ਨਾਲ ਫਰਕ ਨਹੀਂ ਪੈਂਦਾ, ਲੇਕਿਨ ਕੀ ਉਹ ਹਰ ਵਕਤ ਸਵਾਸ ਸਵਾਸ ਪਰਮਾਤਮਾ ਨੂੰ ਆਪਣੇ ਨੇੜੇ ਸਮਝਦਾ ਹੈ ਕਿ ਨਹੀਂ ਸਮਝਦਾ। ਦੂਜੀ ਨਿਸ਼ਾਨੀ ਕੀ ਹੈ ਸੰਤਾਂ ਦੀ, ਪ੍ਰਭ ਕਾ ਕੀਆ ਮੀਠਾ ਮਾਨੈ, ਪ੍ਰਭੂ ਦੇ ਕੀਤੇ ਹੋਏ ਨੂੰ ਉਹ ਮਿੱਠਾ ਕਰਕੇ ਮੰਨਦਾ ਹੈ। ਇਸ ਜਗ੍ਹਾ ਤੇ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਚੇਤਾ ਆਇਆ ਜਦੋਂ ਇਹ ਮੈਂ ਸਾਰਾ ਉਹਨਾਂ ਦਾ ਸ਼ਬਦ ਪੜ੍ਹ ਰਿਹਾ ਸਾਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਕੌਣ ਹੈ ਜਿਹੜਾ ਉਹਦਾ ਕੀਤਾ ਹੋਇਆ ਮਿੱਠਾ ਮੰਨ ਸਕਦਾ ਹੈ। ਤੁਸੀਂ ਤੱਤੀ ਤਵੀ ਤੇ ਵੀ ਬੈਠ ਗਏ, ਤੁਸੀਂ ਆਪਣੇ ਆਪ ਨੂੰ ਦੇਗ ਵਿੱਚ ਵੀ ਉਬਾਲ ਲਿਆ, ਤੁਸੀਂ ਸੜਦੀ ਬਲਦੀ ਰੇਤ ਵੀ ਆਪਣੇ ਸੀਸ ਵਿੱਚ ਪਵਾ ਲਈ, ਤੇ ਤੁਸੀਂ ਇੱਕ ਵਾਰੀ ਨਹੀਂ ਇਹ ਗੱਲ ਆਖੀ ਕਿ ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ। ਸਗੋਂ ਤੁਸੀਂ ਇਹੋ ਹੀ ਆਖਿਆ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰਾ ਕੀਤਾ ਹੋਇਆ ਹਰ ਕਰਮ ਮਿੱਠਾ ਲੱਗ ਰਿਹਾ ਹੈ। ਮੈਂ ਸਿਰਫ ਤੇਰੇ ਕੋਲੋਂ ਇੱਕ ਮੰਗ ਕਰਦਾ ਕਿ ਇਹੋ ਜਿਹੇ ਔਖੇ ਵੇਲੇ ਵਿੱਚ ਵੀ ਮੈਨੂੰ ਤੇਰਾ ਨਾਮ ਨਾ ਵਿਸਰੇ। ਆਹ ਗੱਲ ਇਹ ਆ ਸੰਤਾਂ ਦੀ ਨਿਸ਼ਾਨੀ। ਅੱਜ ਕੱਲ੍ਹ ਅਸੀਂ ਵੇਖਦੇ ਹਾਂ ਹਜ਼ਾਰਾਂ ਲੱਖਾਂ ਸੰਤ ਆਪਣੇ ਆਪਣੇ ਭੇਸ ਬਣਾ ਕੇ ਕਿਵੇਂ ਦੁਨੀਆ ਵਿੱਚ ਵਿਚਰ ਰਹੇ ਨੇ। ਉਹ ਵੀ ਭਲਾ ਹੀ ਹੈ, ਚਲੋ ਆਪਾਂ ਕਿਸੇ ਨੂੰ ਕੀ ਆਖਣਾ ਹੈ, ਲੇਕਿਨ ਉਹ ਸਾਰੇ ਸੰਤ ਨਹੀਂ ਹੁੰਦੇ। ਸੰਤ ਬਸ ਕੋਈ ਵਿਰਲਾ ਜਿਹੜਾ 8 ਪਹਿਰ ਰੱਬ ਨੂੰ ਆਪਣੇ ਨਾਲ ਸਮਝਦਾ ਹੈ ਤੇ ਉਹਦੇ ਕੀਤੇ ਹੋਏ ਨੂੰ ਮਿੱਠਾ ਜਾਣਦਾ ਹੈ।
ਤੇ ਮਿੱਠਾ ਜਾਣਨ ਤੋਂ ਭਾਵ ਹੁੰਦਾ ਹੈ ਕਿ ਉਹਦੇ ਹੁਕਮ ਵਿੱਚ ਚੱਲਣਾ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਜੋ ਸਾਨੂੰ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਦਾ ਜੋ ਹੈ ਖੁਲਾਸਾ ਕਰਕੇ ਸਾਨੂੰ ਸਮਝਾਇਆ ਹੋਇਆ ਹੈ ਕਿ ਭਾਈ ਤੁਸੀਂ ਪ੍ਰਮਾਤਮਾ ਦੇ ਹੁਕਮ ਵਿੱਚ ਰਹੋ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਦੋ ਨਿਸ਼ਾਨੀਆਂ ਹੋ ਗਈਆਂ। ਤੀਜੀ ਨਿਸ਼ਾਨੀ ਹੈ ਏਕ ਨਾਮ ਸੰਤਨ ਆਧਾਰ। ਉਹਨਾਂ ਸੰਤ ਜਨਾਂ ਦਾ ਆਧਾਰ ਮੈਨੇ ਹੁੰਦਾ ਹੈ ਆਸਰਾ। ਆਸਰਾ ਕੀ ਹੈ ਉਹਨਾਂ ਸੰਤ ਜਨਾਂ ਦਾ? ਕੇਵਲ ਤੇ ਕੇਵਲ ਪ੍ਰਮਾਤਮਾ ਦਾ ਇੱਕ ਨਾਮ ਹੀ ਉਹਨਾਂ ਦਾ ਸਹਾਰਾ ਹੁੰਦਾ ਹੈ। ਉਸ ਨਾਮ ਦੇ ਸਹਾਰੇ ਨਾਲ ਹੀ ਉਹ ਆਪਣਾ ਜੀਵਨ ਜਿਉਂਦੇ ਨੇ। ਸੋ ਅਸੀਂ ਸੰਸਾਰ ਵਿੱਚ ਜਿਹੜੇ ਵੱਡੇ ਸੰਤ ਨੇ, ਜਿੰਨੇ ਵੱਡੇ ਨੇ, ਉਹਨੇ ਵੱਡਿਆਂ ਸੰਤਾਂ ਨੂੰ ਵੱਡਿਆਂ ਲੋਕਾਂ ਦਾ ਆਸਰਾ ਚਾਹੀਦਾ ਹੈ। ਜਿਹੜੇ ਛੋਟੇ ਸੰਤ ਨੇ ਉਹਨਾਂ ਨੂੰ ਛੋਟਿਆਂ ਲੋਕਾਂ ਦਾ ਸਹਾਰਾ ਚਾਹੀਦਾ ਹੈ। ਜਦੋਂ ਵੱਡੇ ਸੰਤ ਜੇਲ੍ਹਾਂ 'ਚ ਜਾਂਦੇ ਨੇ, ਕਹੇ ਜਾਂਦੇ ਵੱਡੇ ਸੰਤ, ਤੇ ਉਹ ਵੱਡੇ ਵੱਡੇ ਰਾਜਨੀਤਿਕਾਂ ਦੇ ਪੈਰਾਂ 'ਚ ਡਿੱਗਦੇ ਨੇ। ਪਹਿਲਾਂ ਰਾਜਨੀਤਿਕ ਜਿਹੜੇ ਨੇ ਉਹ ਉਹਨਾਂ ਦੇ ਪੈਰਾਂ 'ਚ ਬੈਠੇ ਹੁੰਦੇ ਨੇ ਵੋਟਾਂ ਲੈਣ ਲਈ। ਫਿਰ ਜਦੋਂ ਉਹ ਜੇਲ੍ਹ ਵਿੱਚ ਜਾਂਦੇ ਨੇ ਉਦੋਂ ਉਹ ਉਹਨਾਂ ਦੇ ਪੈਰਾਂ 'ਚ ਪਏ ਹੁੰਦੇ ਨੇ। ਲੇਕਿਨ ਜਿਹੜਾ ਅਸਲੀ ਸੰਤ ਹੈ, ਜਿਹੜਾ ਸੱਚਾ ਸੰਤ ਹੈ, ਉਹਨੂੰ ਕੇਵਲ ਤੇ ਕੇਵਲ ਇੱਕ ਪਰਮੇਸ਼ਵਰ ਦੇ ਨਾਮ ਦਾ ਆਸਰਾ ਹੁੰਦਾ, ਉਹਦਾ ਸਹਾਰਾ ਹੁੰਦਾ। ਉਹਨੂੰ ਹੋਰ ਕਿਸੇ ਦਾ ਕੋਈ ਸਹਾਰਾ ਨਾ ਹੁੰਦਾ ਤੇ ਨਾ ਉਹ ਤੱਕਦਾ ਕਿ ਕਿਸੇ ਹੋਰ ਦੇ ਆਸਰੇ ਦੀ ਮੈਨੂੰ ਲੋੜ ਏ, ਕਿਉਂਕਿ ਉਹ ਅੱਠੇ ਪੈਰ ਮਾਲਕ ਨੂੰ ਨੇੜੇ ਕਰਕੇ ਜਾਣਦਾ ਹੈ ਕਿ ਉਹ ਮੇਰਾ ਮਾਲਕ ਮੇਰੇ ਨਾਲ ਹੈ ਹਰ ਵਕਤ। ਸੋ ਇਹ ਤਿੰਨ ਨਿਸ਼ਾਨੀਆਂ ਹੋ ਗਈਆਂ। ਚੌਥੀ ਨਿਸ਼ਾਨੀ ਹੈ ਹੋਏ ਰਹੇ ਸਭ ਕੀ ਪੱਗ ਛਾਰ। ਸੱਚਾ ਸੰਤ ਜਿਹੜਾ ਹੈ ਉਹ ਇੰਨਾ ਨਿਮਰਤਾ ਵਿੱਚ ਰਹਿੰਦਾ ਹੈ ਕਿ ਮਾਨੋ ਉਹ ਸਾਰੀ ਸੰਗਤ, ਸਾਰੇ ਮਾਨਵਤਾ ਦੇ ਚਰਨਾਂ ਦੀ ਧੂੜ ਹੀ ਬਣਿਆ ਰਹਿੰਦਾ ਹੈ। ਇੰਨੀ ਨਿਮਰਤਾ ਵਿੱਚ ਰਹਿੰਦਾ, ਉਹਦੇ ਵਿੱਚ ਹਉਮੈ ਵਾਲਾ ਕੋਈ ਬਚਨ ਨਹੀਂ ਹੁੰਦਾ, ਨਾ ਮਨ ਕਰਕੇ ਨਾ ਤਨ ਕਰਕੇ। ਯਾਨੀ ਤਿੰਨ ਤਰ੍ਹਾਂ ਨਾਲ ਹੁੰਦਾ ਹੈ, ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ। ਉਹ ਤਿੰਨੇ ਤਰ੍ਹਾਂ ਦੇ ਨਾਲ ਹਉਮੈ ਵਾਲਾ ਕੋਈ ਵੀ ਉਹਦੇ ਵਿੱਚੋਂ ਭਾਵ ਪ੍ਰਗਟ ਨਹੀਂ ਹੁੰਦਾ। ਸੋ ਇਹ ਚਾਰ ਨਿਸ਼ਾਨੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਤਾਂ ਦੀਆਂ ਦੱਸੀਆਂ ਨੇ ਪਹਿਲੇ ਬੰਦ ਵਿੱਚ। ਅਗਲੇ ਬੰਦ ਵੀ ਤੁਸੀਂ ਪੜ੍ਹਨਾ, ਉਹਨਾਂ 'ਚ ਹੋਰ ਚੀਜ਼ਾਂ ਦੱਸੀਆਂ ਨੇ ਕਿ ਸੰਤ ਕਿਸ ਨੂੰ ਆਖਦੇ ਨੇ, ਸੰਤਾਂ ਦਾ ਜੀਵਨ ਜਿਉਣ ਦਾ ਢੰਗ ਤੇ ਤਰੀਕਾ ਕੀ ਹੁੰਦਾ ਹੈ। ਸੋ ਅਸੀਂ ਇਹ ਗੱਲ ਸਮਝੀਏ ਪਹਿਲੇ ਨੰਬਰ ਤੇ ਕਿ ਸੰਤ ਕਿਸ ਨੂੰ ਆਖਦੇ ਨੇ। ਅਸੀਂ ਕਿਸ ਦੀ ਨਿੰਦਿਆ ਨਹੀਂ ਕਰਨੀ, ਅਸੀਂ ਅੱਗੇ ਨਿੰਦਿਆ ਬਾਰੇ ਵੀ ਸਮਝਣਾ ਹੈ। ਸੋ ਨਿੰਦਿਆ ਤੇ ਕਿਸੇ ਦੀ ਵੀ ਨਹੀਂ ਕਰਨੀ, ਕਿਉਂਕਿ ਗੁਰੂ ਮਹਾਰਾਜ ਨੇ ਆਖਿਆ ਨਿੰਦਾ ਭਲੀ ਕਿਸੇ ਕੀ ਨਾਹੀਂ। ਕੋਈ ਦੁਨੀਆ ਦਾ ਬੰਦਾ ਹੋਵੇ, ਕੋਈ ਜੀਵ ਹੋਵੇ, ਕੁਛ ਵੀ ਸਾਨੂੰ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ। ਪਰ ਨਿੰਦਿਆ ਹੁੰਦੀ ਕੀ ਹੈ ਇਹ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਨੰਬਰ 2 ਤੇ ਆਪਾਂ ਸਮਝਣਾ ਸੰਤਾਂ ਦੀ ਸ਼ਰਨ ਕੀ ਹੈ। ਕਈ ਵਾਰੀ ਅਸੀਂ ਲੋਕ ਇਸ ਤਰ੍ਹਾਂ ਸਮਝਦੇ ਹਾਂ ਵੀ ਗੁਰੂ ਦੀ ਸ਼ਰਨ ਵਿੱਚ ਜਾਣਾ, ਗੁਰਦੁਆਰੇ ਜਾਣਾ, ਜਾਂ ਜਿਹੜੇ ਸੰਤਾਂ ਮਹਾਂਪੁਰਸ਼ਾਂ ਨੇ ਕੋਈ ਡੇਰੇ ਬਣਾਏ ਨੇ, ਕੋਈ ਸੰਸਾਰ ਵਿੱਚ ਆਸ਼ਰਮ ਖੋਲ੍ਹੇ ਨੇ, ਕਿਸੇ ਆਸ਼ਰਮ ਵਿੱਚ ਚਲੇ ਜਾਈਏ, ਕਿਸੇ ਡੇਰੇ ਤੇ ਚਲੇ ਜਾਈਏ, ਕਿਤੇ ਗੁਰਦੁਆਰੇ ਚਲੇ ਜਾਈਏ, ਤੇ ਇਹ ਅਸੀਂ ਸੰਤਾਂ ਦੀ, ਗੁਰੂਆਂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ। ਇਹ ਵੀ ਸ਼ਰਨ ਮੰਨੀ ਜਾ ਸਕਦੀ ਹੈ, ਪਰ ਸਹੀ ਅਰਥਾਂ ਵਿੱਚ ਇਹ ਕੋਈ ਸ਼ਰਨ ਨਹੀਂ ਹੁੰਦੀ। ਕੋਈ ਬੰਦਾ ਗੁਰਦੁਆਰੇ ਆ ਕੇ ਉਹ ਚੋਰੀ ਕਰਦਾ ਹੈ, ਉਹ ਲੜਾਈ ਕਰਦਾ ਹੈ, ਉਹ ਝਗੜਾ ਕਰਦਾ ਹੈ, ਉਹ ਕਿਸੇ ਨੂੰ ਮਾੜੇ ਬਚਨ ਬੋਲਦਾ ਹੈ, ਉਹ ਕੀ ਮੰਨ ਲਿਆ ਜਾਏਗਾ ਵੀ ਗੁਰੂ ਦੀ ਸ਼ਰਨ ਵਿੱਚ ਆਇਆ ਹੋਇਆ ਹੈ? ਕੋਈ ਸੰਤਾਂ ਦੇ ਡੇਰੇ ਤੇ, ਆਸ਼ਰਮ ਤੇ ਜਾ ਕੇ ਉੱਥੇ ਇਹੋ ਜਿਹੀ ਕੋਈ ਵਧੀਕੀ ਕਰਦਾ ਕਿ ਮੰਨ ਲਿਆ ਜਾਏਗਾ ਕਿ ਉਹ ਸੰਤਾਂ ਦੀ ਸ਼ਰਨ ਵਿੱਚ ਆ ਗਿਆ? ਬਿਲਕੁਲ ਨਹੀਂ ਮੰਨਿਆ ਜਾ ਸਕਦਾ। ਸੋ ਇਹ ਸੰਤਾਂ ਦੀ ਕੋਈ ਸ਼ਰਨ ਨਹੀਂ ਹੈ ਜਿਹੜੀ ਅਸੀਂ ਸਮਝਦੇ ਹਾਂ ਕਿ ਉੱਥੇ ਚਲੇ ਜਾਈਏ, ਡੇਰਿਆਂ ਤੇ, ਧਰਮ ਮੰਦਰਾਂ ਤੇ, ਇੱਥੇ ਇਹਨਾਂ ਆਸ਼ਰਮਾਂ ਵਿੱਚ, ਡੇਰਿਆਂ ਵਿੱਚ, ਤੇ ਅਸੀਂ ਸੰਤਾਂ ਦੀ ਸ਼ਰਨ ਆ ਗਏ ਹਾਂ। ਇਹ ਕੋਈ ਸ਼ਰਨ ਨਹੀਂ। ਫਿਰ ਸ਼ਰਨ ਕੀ ਹੈ? ਚੌਥੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਆਪਣੀ ਬਾਣੀ ਵਿੱਚ
ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਉਹਨਾਂ ਦਾ ਜਿਉਣਾ ਫਿਟਕਾਰ ਯੋਗ ਏ ਜਿਹੜੇ ਸੰਤਾਂ ਦੀ ਸਤਿਗੁਰੂਆਂ ਦੀ ਸ਼ਰਨ ਵਿੱਚ ਨਹੀਂ ਆਏ। ਹੁਣ ਸਵਾਲ ਇਹ ਆ ਕਿ ਸ਼ਰਨ ਕੀ ਹੈ? ਇੱਥੇ ਸ਼ਬਦ ਵਰਤਿਆ ਗੁਰੂ ਜੀ ਨੇ ਸੰਗਤ। ਗੁਰੂਆਂ ਮਹਾਂਪੁਰਸ਼ਾਂ ਸੰਤਾਂ ਦੀ ਸੰਗਤ ਵਿੱਚ ਜਾਣਾ, ਉਹਨਾਂ ਦੀ ਸ਼ਰਨ ਵਿੱਚ ਜਾਣਾ ਹੈ। ਤੇ ਸੰਗਤ ਵਿੱਚ ਜਾ ਕੇ ਵੀ ਅਸੀਂ ਕੁਝ ਮਾੜਾ ਸੋਚੀਏ, ਮਾੜਾ ਵਿਚਾਰੀਏ, ਮਾੜਾ ਬੋਲੀਏ, ਮਾੜਾ ਕਰੀਏ, ਉਹ ਸੰਗਤ ਵਿੱਚ ਜਾਣਾ ਉਹ ਵੀ ਨਹੀਂ ਹੁੰਦਾ। ਫਿਰ ਸੰਗਤ ਵਿੱਚ ਕੀ ਏ, ਆਓ ਅਸੀਂ ਉਹ ਵੀ ਸਮਝਦੇ ਹਾਂ। ਨੌਵੇਂ ਪਾਤਸ਼ਾਹ ਫਰਮਾਉਂਦੇ ਨੇ, ਜਬ ਹੀ ਸ਼ਰਨ ਸਾਧ ਕੀ ਆਇਓ। ਆਪਾਂ ਪਿੱਛੇ ਗੱਲ ਕੀਤੀ, ਸਾਧ ਸੰਤ ਗੁਰੂ ਪਰਮਾਤਮਾ, ਇਹਨਾਂ 'ਚ ਕੋਈ ਭਿੰਨ ਭੇਦ ਨਹੀਂ ਹੁੰਦਾ। ਸੋ ਇਹਨਾਂ ਨੂੰ ਅਸੀਂ ਹਮੇਸ਼ਾ ਇੱਕੋ ਜਿਹਾ ਸਮਝ ਕੇ ਚੱਲਣਾ ਹੈ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਸੰਤ ਸਾਧ ਗੁਰੂ ਇਹ ਸਾਰੇ ਇੱਕੋ ਹੁੰਦੇ ਨੇ। ਜਬ ਹੀ ਸ਼ਰਨ ਸਾਧ ਕੀ ਆਇਓ, ਜਦੋਂ ਕੋਈ ਮਨੁੱਖ, ਵੇਖੋ ਅਸੀਂ ਉੱਤੇ ਸਮਝ ਲਿਆ ਚੌਥੇ ਪਾਤਸ਼ਾਹ ਆਖਦੇ ਨੇ ਸੰਗਤ ਵਿੱਚ ਆਉਣਾ। ਹੁਣ ਨੌਵੇਂ ਪਾਤਸ਼ਾਹ ਆਖਦੇ ਨੇ ਜਬ ਹੀ ਸ਼ਰਨ ਸਾਧ ਕੀ ਆਇਓ। ਸਾਧੂ ਦੀ ਸ਼ਰਨ ਵਿੱਚ ਕੀ ਆਇਆ? ਸਾਧੂ ਦੀ ਸੰਗਤ ਵਿੱਚ ਆਇਆ। ਕਿਸ ਮਨੁੱਖ ਨੂੰ ਅਸੀਂ ਮੰਨ ਲਈਏ ਕਿ ਇਹ ਮਨੁੱਖ ਸਾਧੂਆਂ ਦੀ ਸੰਗਤ ਵਿੱਚ ਆ ਗਿਆ ਹੈ? ਉਹ ਮਨੁੱਖ ਸਾਧੂਆਂ ਦੀ ਸੰਗਤ ਵਿੱਚ ਆ ਗਿਆ ਹੈ ਜਿਸ ਦੀ ਦੁਰਮਤ ਸਗਲ ਬਿਨਾਸੀ, ਜਿਹਦੀ ਮਾੜੀ ਮਤ, ਦੁਰਮਤ ਦਾ ਮਤਲਬ ਹੁੰਦਾ ਹੈ ਮਾੜੀ ਮਤ। ਜਿਸ ਮਨੁੱਖ ਦੀ ਸਾਰੀ ਮਾੜੀ ਮਤ ਦਾ ਨਾਸ਼ ਹੋ ਗਿਆ ਹੋਵੇ, ਉਸ ਨੂੰ ਸਮਝ ਲਿਆ ਜਾ ਸਕਦਾ ਵੀ ਇਹ ਸਾਧੂਆਂ ਗੁਰੂਆਂ ਦੀ ਸੰਗਤ ਜਾਂ ਸ਼ਰਨ ਵਿੱਚ ਆ ਗਿਆ। ਜਿਹੜਾ ਬੰਦਾ ਜੇ ਆਪਣੇ ਮਨ ਦੀ ਮਤ ਵਰਤਦਾ ਹੋਵੇ, ਉਹ ਅਜੇ ਕਮ ਸੇ ਕਮ ਗੁਰੂ ਦੀ ਸੰਗਤ ਵਿੱਚ ਨਹੀਂ ਆਇਆ। ਉਂਝ ਭਾਵੇਂ ਉਹ ਰੋਜ਼ ਗੁਰਦੁਆਰੇ ਆਉਂਦਾ ਹੋਵੇ, ਭਾਵੇਂ ਰੋਜ਼ ਆ ਕੇ ਉੱਥੇ ਬੈਠਦਾ ਹੋਵੇ, ਜੀ ਆਇਆਂ ਨੂੰ ਉਹਨਾਂ ਲੋਕਾਂ ਨੂੰ, ਲੇਕਿਨ ਉਹਨਾਂ ਨੂੰ ਅਜੇ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਹੋਈ। ਸ਼ਰਨ ਉਸ ਦਿਨ ਪ੍ਰਾਪਤ ਹੋ ਗਈ ਮੰਨ ਲਿਆ ਜਾ ਸਕਦਾ ਹੈ ਜਿਸ ਦਿਨ ਉਹਨਾਂ ਦੇ ਅੰਦਰੋਂ ਦੁਰਮਤ, ਯਾਨੀ ਉਹਨਾਂ ਦੀ ਜਿਹੜੀ ਮਾੜੀ ਮੱਤ ਹੈ, ਵਿਸ਼ੇ ਵਿਕਾਰਾਂ ਵਾਲੀ ਮੱਤ ਜਿਹੜੀ ਹੈ, ਜਿਸ ਦਿਨ ਉਹ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਹੈ, ਉਹਦਾ ਨਾਸ਼ ਹੋ ਜਾਂਦਾ ਹੈ, ਉਦੋਂ ਉਸ ਬੰਦੇ ਨੂੰ ਸਮਝ ਲਿਆ ਜਾ ਸਕਦਾ ਹੈ ਕਿ ਸਾਧੂਆਂ ਸੰਤਾਂ ਦੀ ਸ਼ਰਨ ਵਿੱਚ ਆ ਗਿਆ। ਦੂਸਰੀ ਗੱਲ ਕੀ ਹੁੰਦੀ ਹੈ? ਜਦੋਂ ਕੋਈ ਸਾਧੂਆਂ ਦੀ ਸ਼ਰਨ ਵਿੱਚ ਆਉਂਦਾ ਹੈ, ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਉਹ ਮਨੁੱਖ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ। ਚੇਤਿਓ ਤੋਂ ਭਾਵ ਹੈ ਚਿੱਤ ਵਿੱਚ ਵਸਾ ਲੈਣਾ। ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਚਿੰਤਾਮਨ ਆਖਦੇ ਨੇ, ਉਸ ਨੂੰ ਆਪਣੇ ਚਿੱਤ ਵਿੱਚ ਵਸਾ ਲੈਂਦਾ ਤੇ ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ, ਯਾਨੀ ਉਹ ਜਨਮ ਤੇ ਮਰਨ ਦੇ ਗੇੜ ਚੋਂ ਨਿਕਲ ਜਾਂਦਾ ਹੈ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਕਾਟੀ ਜਮ ਕੀ ਫਾਸੀ। ਉਹ ਸੰਸਾਰ ਸਾਗਰ ਤੋਂ ਤਰਨ ਵਾਲਾ ਬਣ ਜਾਂਦਾ ਹੈ, ਉਹ ਭਵ ਸਾਗਰ ਨੂੰ ਪਾਰ ਕਰਨ ਵਾਲਾ ਬਣ ਜਾਂਦਾ ਹੈ, ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਸੋ ਨੰਬਰ 2 ਤੇ ਸੰਤਾਂ ਦੀ ਸ਼ਰਨ ਕੀ ਹੈ? ਆਪਾਂ ਜਿੱਥੇ ਵੀ ਕਿਤੇ ਸਾਨੂੰ ਪਤਾ ਲੱਗੇ ਕਿ ਕੋਈ ਮਹਾਂਪੁਰਸ਼ ਆਏ ਨੇ ਜਾਂ ਮਹਾਂਪੁਰਸ਼ ਸਾਡੇ ਗੁਰੂ ਘਰ ਵਿੱਚ ਆਏ ਨੇ, ਸਾਨੂੰ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਮਾੜੀ ਗੱਲ ਨਹੀਂ, ਬਹੁਤ ਚੰਗੀ ਗੱਲ ਹੈ। ਸੰਗਤ ਤੋਂ ਕਦੀ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਸੰਗਤ ਗੁਰੂ ਦੀ ਜਾਣ ਕੇ ਸਾਨੂੰ ਕਰਨੀ ਚਾਹੀਦੀ ਹੈ। ਲੇਕਿਨ ਕੋਈ ਮਨੁੱਖ ਸ਼ਰਨ ਵਿੱਚ ਕਦੋਂ ਆ ਗਿਆ, ਉਸ ਨੂੰ ਸਮਝਣ ਲਈ ਇਹ 2 ਚੀਜ਼ਾਂ ਦਾ ਚੇਤਾ ਰੱਖਣਾ ਹੈ। ਇੱਕ ਤੇ ਉਹਦੀ ਸਾਰੀ ਜਿਹੜੀ ਮਾੜੀ ਮੱਤ ਉਹ ਬਿਨਸ ਜਾਂਦੀ ਹੈ, ਦੂਸਰਾ ਉਹਦੇ ਚਿੱਤ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੋ ਜਾਂਦਾ ਹੈ। ਸੋ ਜਦੋਂ ਇਹ 2 ਚੀਜ਼ਾਂ ਵਾਪਰ ਜਾਣ, ਉਦੋਂ ਸਮਝ ਲੈਣਾ ਚਾਹੀਦਾ ਕਿ ਉਹ ਮਨੁੱਖ ਸੰਤਾਂ ਦੀ ਗੁਰੂਆਂ ਦੀ ਸ਼ਰਨ ਵਿੱਚ ਆ ਗਿਆ ਹੈ, ਚਾਹੇ ਉਹ ਆਪਣੇ ਘਰ ਵਿੱਚ ਹੀ ਰਹਿੰਦਾ ਹੋਵੇ, ਕਿਤੇ ਵੀ ਨਾ ਗਿਆ ਹੋਵੇ। ਅੱਜ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਬੈਠੇ ਹਾਂ। ਆਪਾਂ ਜਿੰਨੇ ਵੀ ਜੀ ਭੈਣ ਭਰਾ ਇੱਥੇ ਆਏ ਹਾਂ, ਜਾਂ ਜਦੋਂ ਬਾਅਦ ਵਿੱਚ ਵੀ ਕੋਈ ਇਸ ਵਿਚਾਰ ਨੂੰ ਸੁਣੇਗਾ, ਤੇ ਮੇਰਾ ਇਹ ਮੰਨਣਾ ਹੈ ਕਿ ਉਹ ਗੁਰੂ ਦੀ ਸੰਗਤ ਵਿੱਚ ਆਇਆ ਹੈ। ਜਦੋਂ ਵੀ, ਕਦੀ ਵੀ
ਸੋ ਜਿਹੜਾ ਵੀ ਮਨੁੱਖ ਸੰਗਤ ਵਿੱਚ ਆਇਆ ਹੈ, ਜੀ ਆਇਆਂ ਨੂੰ, ਲੇਕਿਨ ਗੁਰੂ ਦੀ ਸ਼ਰਨ ਕਦੋਂ ਆਏਗਾ? ਬਸ ਜਦੋਂ ਸੰਗਤ ਵਿੱਚ ਆਉਂਦਿਆਂ ਸਹਿਜੇ ਗੁਰੂ ਦੀ ਮੱਤ ਇਹਨੇ ਲੈਣੀ ਸ਼ੁਰੂ ਕਰ ਦਿੱਤੀ ਤੇ ਮਨ ਦੀ ਮੱਤ ਤਿਆਗਣੀ ਸ਼ੁਰੂ ਕਰ ਦਿੱਤੀ। ਜਿਵੇਂ ਜਿਵੇਂ ਮਨ ਦੀ ਮੱਤ ਨਿਕਲਦੀ ਜਾਏਗੀ, ਗੁਰੂ ਦੀ ਮੱਤ ਆਉਂਦੀ ਜਾਏਗੀ, ਜਾਂ ਇਸ ਤਰ੍ਹਾਂ ਆਖੀਏ ਜਿਵੇਂ ਜਿਵੇਂ ਗੁਰੂ ਦੀ ਮੱਤ ਅੰਦਰ ਪ੍ਰਵੇਸ਼ ਕਰਦੀ ਜਾਏਗੀ, ਮਨ ਦੀ ਮੱਤ ਸਹਿਜੇ ਨਿਕਲਦੀ ਜਾਏਗੀ। ਸਾਨੂੰ ਗੁਰੂ ਜੀ ਨੇ ਗੱਲ ਸਮਝਾਈ ਹੈ, ਗੁਰ ਕੀ ਮੱਤ ਤੂੰ ਲੇਹ ਏ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਐ ਇਨਸਾਨ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ ਤੇ ਮਨ ਦੀ ਮੱਤ ਦਾ ਤਿਆਗ ਕਰ। ਮਨ ਕੀ ਮੱਤ ਤਿਆਗੋ ਹਰ ਜਨ। ਇਹ ਰੱਬ ਦੇ ਪਿਆਰਿਓ, ਮਨ ਦੀ ਮੱਤ ਛੱਡ ਦਿਓ ਤੇ ਗੁਰੂ ਦੀ ਮੱਤ ਨੂੰ ਧਾਰਨ ਕਰੋ। ਇਹ ਹੈ ਗੁਰੂ ਦੀ ਸ਼ਰਨ ਵਿੱਚ ਆਉਣਾ। ਅਸੀਂ ਕਿਤੇ ਵੀ ਦੁਨੀਆ ਦੇ ਕੋਨੇ 'ਚ ਰਹੀਏ, ਬਸ ਗੁਰੂ ਦੀ ਮੱਤ ਸਾਡੇ ਅੰਦਰ ਆ ਜਾਏ ਤੇ ਅਸੀਂ ਮਨ ਦੀ ਮੱਤ ਤਿਆਗ ਦਈਏ, ਸਮਝੋ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ। ਹੁਣ ਆਪਾਂ ਸਮਝਦੇ ਹਾਂ ਨੰਬਰ 3 ਤੇ, ਨਿੰਦਾ ਕਿਸ ਨੂੰ ਕਹਿੰਦੇ ਹਨ? ਨਿੰਦਾ ਕਿਸ ਨੂੰ ਆਖਦੇ ਹਨ? ਨਿੰਦਾ ਦੇ ਬਾਰੇ ਨਾ ਜੀ ਮੈਂ ਪੜ੍ਹਿਆ ਮਹਾਨ ਕੋਸ਼ ਵਿੱਚੋਂ, ਉਹਨਾਂ ਨੇ ਲਿਖਿਆ ਹੈ ਕਿ ਦੋਸ਼ ਕਹਿਣ ਦੀ ਕਿਰਿਆ, ਇਸ ਨੂੰ ਨਿੰਦਿਆ ਆਖਦੇ ਨੇ। ਕਿਸੇ ਮਨੁੱਖ ਵਿੱਚ ਦੋਸ਼ ਨਹੀਂ ਹਨ, ਉਹਦੇ ਵਿੱਚ ਐਬ ਨਹੀਂ ਹਨ, ਉਹਦੇ ਵਿੱਚ ਗੁਨਾਹ ਨਹੀਂ ਹਨ, ਲੇਕਿਨ ਅਸੀਂ ਉਹਦੇ ਗੁਨਾਹ ਨੂੰ ਅੱਖੋਂ ਪਰੋਖੇ ਕਰਕੇ ਤੇ ਉਹਦੇ ਗੁਨਾਹ ਦੀ ਥਾਂ ਤੇ ਲੋਕਾਂ ਦੇ ਪਾਸ ਔਗਣ ਜ਼ਾਹਰ ਕਰਦੇ ਹਾਂ ਉਸ ਬੰਦੇ ਦੇ, ਜਦੋਂ ਕਿ ਉਹਦੇ ਵਿੱਚ ਔਗਣ ਨਹੀਂ ਹਨ। ਇਸ ਨੂੰ ਨਿੰਦਿਆ ਆਖਦੇ ਨੇ। ਗੁਨਾਹ ਵਿੱਚ ਦੋਸ਼ਾਂ ਦਾ ਸਥਾਪਨ ਕਰਨਾ, ਉਸ ਨੂੰ ਨਿੰਦਿਆ ਆਖਦੇ ਨੇ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਨਾ ਇਹ ਬਚਨ ਆਖਿਆ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਣਾ। ਅਸੀਂ ਉਸਤਤ ਅਤੇ ਨਿੰਦਿਆ ਦੋਵਾਂ ਦਾ ਹੀ ਤਿਆਗ ਕਰਨਾ ਹੈ। ਤੇ ਇਹ ਉਸਤਤ ਤੇ ਨਿੰਦਿਆ ਹੈ ਕੀ ਹੈ ਜੀ? ਗੁਰੂ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਕਿਸੇ ਮਨੁੱਖ ਦੇ ਜਿਹੜੇ ਗੁਣ ਨੇ, ਗੁਣਾਂ ਨੂੰ ਛੁਪਾ ਦੇਣਾ ਤੇ ਉਹਨਾਂ ਗੁਣਾਂ ਦੀ ਥਾਂ ਅਣਹੋਂਦੇ ਔਗਣ ਪ੍ਰਗਟ ਕਰਨਾ, ਇਹ ਨਿੰਦਿਆ ਹੁੰਦੀ ਹੈ। ਦੂਜੇ ਪਾਸੇ ਕਿਸੇ ਮੇਰੇ ਵਰਗੇ ਮਨੁੱਖ ਵਿੱਚ ਨਿਰੇ ਔਗਣ ਹੀ ਔਗਣ ਨੇ, ਉਸ ਮਨੁੱਖ ਦੇ ਔਗਣਾਂ ਨੂੰ ਛੁਪਾ ਕੇ ਤੇ ਲੋਕਾਂ ਦੇ ਸਾਹਮਣੇ ਉਸ ਦੀ ਵਡਿਆਈ ਕਰਨੀ, ਜਦੋਂ ਕਿ ਉਹ ਵਡਿਆਈ ਕਰਨ ਦੇ ਯੋਗ ਨਹੀਂ ਹੈ, ਉਸ ਨੂੰ ਉਸਤਤ ਆਖਦੇ ਨੇ। ਸੋ ਇਹ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਣਾ। ਯਾਨੀ ਕਿਸੇ ਉੱਤੇ ਝੂਠੇ ਦੋਸ਼ ਥੋਪਣੇ ਨਿੰਦਿਆ ਹੈ, ਤੇ ਝੂਠੀ ਕਿਸੇ ਦੀ ਉਸਤਤ ਕਰਨੀ, ਉਹਦੀ ਵਡਿਆਈ ਕਰਨੀ, ਇਹ ਉਸਤਤ ਹੈ। ਇਹ ਦੋਵੇਂ ਚੀਜ਼ਾਂ ਹੀ ਅਸੀਂ ਨਹੀਂ ਕਰਨੀਆਂ। ਗੁਰੂ ਜੀ ਦੀ ਜੇ ਆਪਾਂ ਮੱਤ ਲੈਣੀ ਹੈ ਤੇ ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ, ਭਾਈ ਉਸਤਤ ਅਤੇ ਨਿੰਦਿਆ ਇਹਨਾਂ ਦੋਵਾਂ ਦਾ ਤਿਆਗ ਕਰੋ, ਲੇਕਿਨ ਸੱਚ ਬੋਲਣ ਤੋਂ ਸੰਕੋਚ ਨਹੀਂ ਕਰਨਾ। ਇਹ ਨਹੀਂ ਕਿ ਅਸੀਂ ਸੱਚ ਵੀ ਕਿਨਾਰੇ ਰੱਖ ਦਈਏ ਕਿ ਅੱਜ ਤੋਂ ਨਾ ਅਸੀਂ ਨਿੰਦਿਆ ਕਰਨੀ ਤੇ ਨਾ ਅਸੀਂ ਉਸਤਤ ਕਰਨੀ ਹੈ, ਤੇ ਇਹਦਾ ਮਤਲਬ ਅਸੀਂ ਹੁਣ ਜੇ ਮੇਰੇ 'ਚ ਔਗਣ ਨੇ ਤੇ ਤੁਸੀਂ ਮੈਨੂੰ ਔਗਣ ਵੀ ਨਾ ਦੱਸੋ, ਜੇ ਮੇਰੇ 'ਚ ਕੋਈ ਚੰਗਾ ਗੁਣ ਹੈ ਤੇ ਤੁਸੀਂ ਉਹਦੀ ਥਾਂ ਤੇ ਲੋਕਾਂ ਕੋਲ ਜਾ ਕੇ ਮੇਰੀ ਨਿੰਦਿਆ ਕਰਦੇ ਰਹੋ। ਯਾਨੀ ਮੈਂ ਸ਼ਬਦ ਮੇਰਾ ਵਰਤਿਆ, ਮੇਰੀ ਨਹੀਂ, ਮੈਂ ਆਮ ਗੱਲ ਕਹਿ ਰਿਹਾ। ਸੋ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਨਿੰਦਿਆ ਨੂੰ ਕੀ ਆਖਿਆ? ਮੈਂ ਨਾ ਇੱਕ ਦਿਨ ਇੱਕ ਰਾਗੀ ਸਿੰਘ ਸ਼ਬਦ ਪੜ੍ਹਦੇ ਸੀ ਕਬੀਰ ਸਾਹਿਬ ਜੀ ਦਾ। ਉਹ ਸ਼ਬਦ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਉਹ ਸ਼ਬਦ ਪੜ੍ਹਿਆ ਜਾ ਰਿਹਾ ਸੀ ਤੇ ਉਹਨਾਂ ਨੇ ਜਿਹੜੀ ਸਥਾਈ ਬਣਾਈ ਹੁੰਦੀ ਏ, ਉਹ ਬਾਰ-ਬਾਰ ਜਿਹਨੂੰ ਗਾਉਂਦੇ ਨੇ, ਪਤਾ ਨਹੀਂ ਉਹਨੂੰ ਅੰਤਰਾ ਆਖਦੇ ਨੇ ਕਿ ਸਥਾਈ ਆਖਦੇ ਨੇ, ਤੁਸੀਂ ਆਪੇ ਸਮਝ ਲੈਣਾ। ਜਿਹੜਾ ਬਾਰ-ਬਾਰ ਗਾਉਂਦੇ ਨੇ ਉਹਦੇ ਵਿੱਚ ਉਹ ਬਾਰ-ਬਾਰ ਗਾ ਰਹੇ ਸੀ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਤੇ ਇੱਕ ਦਿਨ ਨਾ ਮੈਨੂੰ ਇੱਕ ਸਿਆਣੇ ਜਿਹੇ ਸੱਜਣ ਸੀ, ਉਹ ਮਿਲੇ ਤੇ ਆਖਣ ਲੱਗੇ, ਭਾਈ ਸਾਹਿਬ ਜਿਹੜਾ ਉਦਣ ਰਾਗੀ ਸਿੰਘ ਸ਼ਬਦ ਗਾ ਰਹੇ ਸੀ
ਤੇ ਉਹ ਬਾਰ-ਬਾਰ ਨਿੰਦੋ ਨਿੰਦੋ ਆਖਦੇ ਸਨ। ਉਹ ਨਿੰਦੋ ਕੌਣ ਹੈ? ਮੈਂ ਉਹਨੂੰ ਕੀ ਆਖਣਾ ਸੀ ਮੈਂ ਵੀ ਗੁਰਮੁਖੋ ਮੈਨੂੰ ਤੇ ਨਿੰਦੋ ਦਾ ਨਹੀਂ ਪਤਾ, ਨਿੰਦੋ ਕੌਣ ਹੈ? ਉਹ ਤੁਸੀਂ ਰਾਗੀ ਸਿੰਘਾਂ ਨੂੰ ਜਾ ਕੇ ਪੁੱਛ ਲਓ ਜਿਹੜੇ ਬਾਰ-ਬਾਰ ਉਹਦਾ ਨਾਂ ਲੈਂਦੇ ਸੀ, ਕੋਈ ਹੋਵੇਗੀ, ਮੈਨੂੰ ਨਹੀਂ ਉਹਦੇ ਬਾਰੇ ਜਾਣਕਾਰੀ। ਲੇਕਿਨ ਜਿਹੜੀ ਨਿੰਦੋ ਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ ਹੈ, ਉਹ ਅਸਲ 'ਚ ਨਿੰਦੋ ਨਹੀਂ ਹੈ, ਉਹ ਨਿੰਦਿਆ ਹੈ। ਉੱਥੇ ਨਿੰਦੋ ਵਰਤਿਆ ਗਿਆ ਕਿਉਂਕਿ ਸ਼ਬਦ ਗਾਉਣਾ ਹੁੰਦਾ ਤੇ ਉਹਦੀ ਚਾਲ ਇਸ ਤਰ੍ਹਾਂ ਹੀ ਚੱਲਦੀ ਹੈ। ਸੋ ਨਿੰਦਿਆ ਹੈ ਕੀ ਹੈ? ਕਬੁੱਧ ਡੂਮਣੀ, ਇਹ ਪਹਿਲੇ ਪਾਤਸ਼ਾਹ ਜੀ ਦਾ ਬਚਨ ਹੈ। ਕੁਦਇਆ ਕਸਾਇਨ ਪਰ ਨਿੰਦਾ ਘੱਟ ਚੂਹੜੀ। ਇਹ ਜਿਹੜੀ ਪਰਾਈ ਨਿੰਦਿਆ ਹੈ ਨਾ ਜੀ, ਇਹ ਚੂੜੀ ਦੀ ਤਰ੍ਹਾਂ ਜੀ। ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਕੋਈ ਸ਼ੂਦਰ ਹੈ ਜਾਂ ਕੋਈ ਬ੍ਰਾਹਮਣ ਹੈ। ਮੈਂ ਇਹ ਕਹਿੰਦਾ ਕਿ ਗੁਰੂ ਸਾਹਿਬ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਸਾਡੇ ਪੁਰਾਣੇ ਸਮੇਂ 'ਚ ਅੱਜ ਵੀ ਜਿਹੜੇ ਲੋਕਾਂ ਦੀ ਮਲ ਸੁੱਟਣ ਦਾ ਕੰਮ ਕਰਦੇ ਸਨ, ਉਹਨਾਂ ਨੂੰ ਚੂੜੇ ਆਖਦੇ ਸਨ ਪੁਰਾਣੇ ਸਮੇਂ 'ਚ। ਅੱਜ ਵੀ ਸ਼ਾਇਦ ਆਖਦੇ ਹੁਣ, ਮੈਨੂੰ ਪਤਾ ਨਹੀਂ ਹੁਣ। ਪਰ ਨਿੰਦਾ ਘੱਟ ਚੂਹੜੀ, ਪਰਾਈ ਨਿੰਦਿਆ ਕਰਨੀ। ਨਿੰਦਿਆ ਕੀ ਏ? ਘੱਟ ਚੂਹੜੀ, ਅੰਦਰ ਦੀ ਚੂੜੀ ਜੇ। ਅਸੀਂ ਜਦੋਂ ਕਿਸੇ ਦੀ ਨਿੰਦਿਆ ਕਰ ਰਹੇ ਹੋਵਾਂਗੇ, ਅਸੀਂ ਉਸ ਦੀ ਮਲ ਸੁੱਟ ਰਹੇ ਹੋਵਾਂਗੇ, ਆਪਣੇ ਸਿਰ ਤੇ ਉਹਦੇ ਮਲ ਦਾ ਟੋਕਰਾ ਚੁੱਕ ਕੇ ਲਿਜਾ ਰਹੇ ਹੋਵਾਂਗੇ। ਇਹ ਗੱਲ ਗੁਰੂ ਜੀ ਨੇ ਆਖੀ ਹੈ, ਪਹਿਲੇ ਪਾਤਸ਼ਾਹ ਨੇ। ਕੁਬੁੱਧ ਡੂਮਣੀ, ਜਿਹੜੀ ਮਾੜੀ ਮਾਤੇ ਮਿਰਾਸ਼ਨ ਹੈ। ਕੁਦਇਆ ਕਸਾਇਨ, ਜਿਹੜੀ ਬੇਤਰਸੀ ਏ, ਸਾਡੇ ਮਨ 'ਚ ਤਰਸ ਨਹੀਂ ਆਉਂਦਾ ਕਿਤੇ ਕਿਸੇ ਦੇ ਪ੍ਰਤੀ। ਮਨ ਨੂੰ ਅੰਦਰ ਦੀ ਕਸਾਇਨ ਏ, ਉਹ ਕਸਾਈ ਦੀ ਘਰ ਵਾਲੀ। ਪਰ ਨਿੰਦਾ ਘੱਟ ਚੂਹੜੀ, ਪਰਾਈ ਨਿੰਦਿਆ ਕਰਨੀ। ਮਨ ਨੂੰ ਅਸੀਂ ਆਪਣੇ ਅੰਦਰ ਉਸ ਚੂੜੀ ਨੂੰ ਜਗ੍ਹਾ ਦਿੱਤੀ ਹੋਈ ਏ। ਮੁੱਠੀ ਕ੍ਰੋਧ ਚੰਡਾਲ, ਕ੍ਰੋਧ ਇੱਕ ਚੰਡਾਲਨ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਠੱਗ ਲਿਆ ਹੋਇਆ। ਸੋ ਇਹ ਬਚਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨੇ, ਜਿਹਦੇ ਵਿੱਚ ਉਹਨਾਂ ਨੇ ਨਿੰਦਿਆ ਕਿਸ ਨੂੰ ਆਖਦੇ ਨੇ, ਇਹ ਸਾਨੂੰ ਬਾਖੂਬੀ ਸਮਝਾਇਆ ਹੈ। ਤੀਜੇ ਪਾਤਸ਼ਾਹ ਕੀ ਆਖਦੇ ਨੇ ਨਿੰਦਿਆ ਦੇ ਬਾਰੇ? ਪਰ ਨਿੰਦਾ ਕਰੇ ਅੰਤਰ ਮਲ ਲਾਏ। ਜਿਹੜਾ ਮਨੁੱਖ ਪਰਾਈ ਨਿੰਦਿਆ ਕਰਦਾ ਹੈ, ਉਹ ਮਨ ਨੂੰ ਆਪਣੇ ਅੰਦਰ ਪਰਾਈ ਮੈਲ ਇਕੱਠੀ ਕਰ ਰਿਹਾ ਹੈ, ਆਪਣੇ ਅੰਦਰ ਨੂੰ ਮੈਲਾ ਕਰ ਰਿਹਾ ਹੈ ਲੋਕਾਂ ਦੀ ਪਰਾਈ ਮੈਲ ਦੇ ਨਾਲ। ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਇਸ ਤਰ੍ਹਾਂ ਕਰਨ ਦੇ ਨਾਲ ਜੇ ਕੋਈ ਵਿਅਕਤੀ ਬਾਹਰੋਂ ਆਪਣੇ ਸਰੀਰ ਨੂੰ, ਆਪਣੇ ਕੱਪੜਿਆਂ ਦੀ ਮੈਲ ਨੂੰ ਤੇ ਧੋਂਦਾ ਰਹਿੰਦਾ ਹੈ, ਪਰ ਜੇ ਉਹ ਪਰਾਈ ਨਿੰਦਿਆ ਕਰਕੇ ਅੰਦਰ ਆਪਣੇ ਪਰਾਈ ਮੈਲ ਲਗਾਈ ਜਾਂਦਾ ਹੈ ਨਾਲ ਦੀ ਨਾਲ, ਤੇ ਇਸ ਤਰ੍ਹਾਂ ਕਰਨ ਨਾਲ ਚਾਹੇ ਉਹ ਅੰਮ੍ਰਿਤਸਰ ਜਾ ਕੇ ਨਹਾ ਲਵੇ, ਚਾਹੇ ਉਹ ਕਾਂਸ਼ੀ ਬਨਾਰਸ ਨਹਾ ਲਵੇ, ਚਾਹੇ ਉਹ ਕਿਤੇ ਉੱਚੇ ਪਰਬਤ ਤੇ ਜਾ ਕੇ ਗੰਗਾ ਜੀ ਵਿੱਚ ਇਸ਼ਨਾਨ ਕਰ ਲਵੇ, ਤੇ ਚਾਹੇ ਹੇਮਕੁੰਟ ਜਾ ਕੇ ਨਹਾ ਆਵੇ, ਮਨ ਕੀ ਝੂਠ ਨਾ ਜਾਏ। ਇਹ ਗੁਰੂਆਂ ਦੇ ਬਚਨ ਨੇ ਜੀ। ਇਹਨਾਂ ਨੂੰ ਆਪਾਂ ਸਮਝਣਾ ਹੈ ਕਿ ਇਹ ਮੈਂ ਆਪਣੇ ਕੋਲੋਂ ਨਹੀਂ ਆਖ ਰਿਹਾ। ਇਹ ਗੁਰੂਆਂ ਦੇ ਬਚਨ ਨੇ ਕਿ ਜੇਕਰ ਕੋਈ ਬਾਹਰੋਂ ਆਪਣੀ ਮੈਲ ਨੂੰ ਧੋਂਦਾ ਵੀ ਇਹ ਤੀਰਥਾਂ ਤੇ ਜਾ ਕੇ, ਇਸ ਤਰ੍ਹਾਂ ਕਰਨ ਨਾਲ ਮਨ ਕੀ ਝੂਠ ਨਾ ਜਾਏ। ਮਨ ਦੀ ਝੂਠ ਜਿਹੜੀ ਹੈ ਨਾ, ਜਿਹੜੀ ਮਨ ਨੂੰ ਅੰਦਰ ਮੈਲ ਲੱਗੀ ਏ, ਉਹ ਨਹੀਂ ਉਤਰਨੀ ਜੇ ਪਰਾਈ ਨਿੰਦਿਆ ਫਿਰ ਕਰੀ ਜਾ ਰਿਹਾ ਹੈ ਬੰਦਾ ਤੇ। ਸੋ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਤੀਜੇ ਨੰਬਰ ਤੇ ਨਿੰਦਿਆ ਕਿਸ ਨੂੰ ਆਖਦੇ ਨੇ। ਅਸੀਂ ਕਦੀ ਵੀ ਕਿਸੇ ਦੀ ਭੁੱਲ ਕੇ ਵੀ ਨਿੰਦਿਆ ਨਾ ਕਰੀਏ, ਸਾਨੂੰ ਨਹੀਂ ਕਰਨੀ ਚਾਹੀਦੀ। ਹਾਂ, ਜੇ ਤੁਸੀਂ ਕਿਸੇ ਨੂੰ ਉਹਦੇ ਔਗਣ ਦੱਸਣੇ ਨੇ, ਤੇ ਔਗਣ ਦੱਸਣ ਵਾਲਾ ਸਹੀ ਅਰਥਾਂ ਵਿੱਚ ਮਨੁੱਖ ਦਾ ਮਿੱਤਰ ਹੁੰਦਾ ਹੈ। ਇਸ ਲਈ ਕਬੀਰ ਸਾਹਿਬ ਨੇ ਆਖਿਆ ਕਿ ਨਿੰਦਾ ਕਰੇ ਸੋ ਹਮਰਾ ਮੀਤ। ਜਿਹੜਾ ਸਾਡੇ ਮੂੰਹ ਤੇ ਆ ਕੇ ਆਖੇ ਕਿ ਬਈ ਤੇਰੇ ਵਿੱਚ ਆਹ ਔਗਣ ਹੈ, ਇਸ ਨੂੰ ਦੂਰ ਕਰ, ਉਹ ਨਿੰਦਿਆ ਨਹੀਂ ਕਰ ਰਿਹਾ। ਸਹੀ ਅਰਥਾਂ ਵਿੱਚ ਉਹ ਸਾਡਾ ਸੱਚਾ ਮਿੱਤਰ ਹੋਵੇਗਾ, ਜਿਹੜਾ ਸਾਨੂੰ ਉਹਨਾਂ ਔਗਣਾਂ ਤੋਂ, ਗੁਨਾਹਾਂ ਤੋਂ ਬਚਾਉਣਾ ਚਾਹੁੰਦਾ ਹੈ, ਵਿਕਾਰਾਂ ਤੋਂ ਬਚਾਉਣਾ ਚਾਹੁੰਦਾ ਹੈ, ਸਾਡੇ ਮਨ ਨੂੰ ਸ਼ੁੱਧ ਤੇ ਸਾਫ਼ ਕਰਕੇ ਪ੍ਰਭੂ ਜੀ ਦੇ ਵਿੱਚ ਲੀਨ ਹੁੰਦਾ ਵੇਖਣਾ ਚਾਹੁੰਦਾ ਹੈ। ਉਹ ਸਾਡਾ ਸੱਚਾ ਮਿੱਤਰ ਹੈ। ਸੋ ਅਸੀਂ ਸੱਚ ਆਖਣ ਤੋਂ ਗੁਰੇਜ਼ ਨਹੀਂ ਕਰਨਾ। ਜੇ ਤੁਹਾਡੇ ਸਾਹਮਣੇ ਗੁਲਾਬ ਦਾ ਫੁੱਲ ਹੈ,
ਤੇ ਉਸ ਨੂੰ ਗੁਲਾਬ ਦਾ ਫੁੱਲ ਆਖਣਾ ਕੋਈ ਗੁਨਾਹ ਨਹੀਂ, ਇਹ ਕੋਈ ਉਹਦੀ ਉਸਤਤ ਨਹੀਂ, ਕਿਉਂਕਿ ਉਹ ਹੈ ਹੀ ਫੁੱਲ। ਤੇ ਨਾਲ ਉਹਦੇ ਥੱਲੇ ਕੰਡੇ ਲੱਗੇ ਹੋਏ ਨੇ ਏਡੇ ਏਡੇ ਲੰਬੇ। ਕੰਡਿਆਂ ਨੂੰ ਕੰਡੇ ਆਖਣਾ ਉਹਨਾਂ ਦੀ ਕੋਈ ਨਿੰਦਿਆ ਵੀ ਨਹੀਂ। ਇਸ ਐਗਜ਼ਾਮਪਲ ਦੇ ਨਾਲ ਅਸੀਂ ਇੱਕ ਗੱਲ ਸਮਝਣੀ ਹੈ ਵੀ ਜੇ ਫੁੱਲ ਨੂੰ ਅਸੀਂ ਕੰਡੇ ਆਖੀਏ ਤੇ ਇਹ ਫੁੱਲ ਦੀ ਨਿੰਦਿਆ ਹੈ, ਜੇ ਕੰਡਿਆਂ ਨੂੰ ਫੁੱਲ ਆਖੀਏ ਤੇ ਇਹ ਕੰਡਿਆਂ ਦੀ ਉਸਤਤ ਹੈ। ਇਹ ਦੋਵੇਂ ਚੀਜ਼ਾਂ ਨਹੀਂ ਕਰਨੀਆਂ। ਬਸ ਆਹ ਗੱਲ ਸਮਝਣ ਵਾਲੀ ਹੈ ਕਿ ਨਾ ਅਸੀਂ ਨਿੰਦਿਆ ਕਰਨੀ, ਨਾ ਅਸੀਂ ਉਸਤਤ ਕਰਨੀ ਹੈ। ਫੁੱਲ ਨੂੰ ਫੁੱਲ ਕਹਿਣ ਵਿੱਚ ਕੋਈ ਗੁਨਾਹ ਨਹੀਂ ਤੇ ਕੰਡਿਆਂ ਨੂੰ ਕੰਡੇ ਆਖਣ ਵਿੱਚ ਵੀ ਕੋਈ ਗੁਨਾਹ ਨਹੀਂ। ਇਹ ਬਚਨ ਅਸੀਂ ਤੀਜੇ ਨੰਬਰ ਤੇ ਸਮਝਿਆ ਕਿ ਨਿੰਦਾ ਕੀ ਹੈ। ਚੌਥੇ ਨੰਬਰ ਤੇ ਅਸੀਂ ਸਮਝਦੇ ਹਾਂ ਕਿ ਗੁਰੂ ਸਾਹਿਬ ਨੇ ਨਾ ਵੇਖੋ ਇਹ ਪੂਰੀ ਅਸ਼ਟਪਦੀ ਜਿਹੜੀ ਏ ਇਹ ਨਿੰਦਿਆ ਦੇ ਬਾਰੇ ਲਿਖੀ ਏ। ਇਹ ਕਿਉਂ ਲਿਖੀ ਏ ਇਹ ਤਾਂ ਜੀ ਗੁਰੂ ਅਰਜਨ ਦੇਵ ਮਹਾਰਾਜ ਆਪ ਹੀ ਜਾਣਦੇ ਨੇ, ਆਪਾਂ ਇਹਦੇ ਬਾਰੇ ਕੁਝ ਨਹੀਂ ਆਖ ਸਕਦੇ। ਲੇਕਿਨ ਗੁਰਬਾਣੀ ਦੀ ਜਦੋਂ ਆਪਾਂ ਵਿਚਾਰਧਾਰਾ ਵੇਖਦੇ ਹਾਂ, ਪੜ੍ਹਦੇ ਹਾਂ, ਸਮਝਦੇ ਹਾਂ ਗੁਰਬਾਣੀ, ਤੇ ਕੁਝ ਚੀਜ਼ਾਂ ਸਮਝ ਵਿੱਚ ਪੈਂਦੀਆਂ ਨੇ। ਉਹ ਗੱਲਾਂ ਸਮਝ ਵਿੱਚ ਇਹ ਆਈਆਂ ਨੇ, ਤੁਹਾਡੇ ਵੀ ਆਉਂਦੀਆਂ ਹੀ ਹੋਣਗੀਆਂ, ਹੋ ਸਕਦਾ ਮੇਰੇ ਤੋਂ ਵੀ ਵਧੇਰੇ ਆ ਜਾਣਗੀਆਂ, ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਮਣੇ 4 ਗੁਰੂ ਸਾਹਿਬਾਨ ਦਾ ਜੀਵਨ ਹੈ। ਔਰ 4 ਗੁਰੂ ਸਾਹਿਬਾਨ ਦੇ ਜੀਵਨ ਵਿੱਚ ਉਹਨਾਂ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਕੁਝ ਲੋਕਾਂ ਨੇ ਉਹਨਾਂ 4 ਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ ਹੈ, ਜਦੋਂ ਕਿ ਗੁਰੂ ਨਾਨਕ ਸਾਹਿਬ ਕੋਈ ਭੂਤਨਾ ਨਹੀਂ ਹਨ, ਗੁਰੂ ਨਾਨਕ ਸਾਹਿਬ ਕੋਈ ਬੇਤਾਲੇ ਨਹੀਂ ਹਨ, ਗੁਰੂ ਸਾਹਿਬ ਕੋਈ ਰਾਹ ਤੋਂ ਖੁੰਝੇ ਹੋਏ ਭਟਕੇ ਹੋਏ ਵਿਅਕਤੀ ਨਹੀਂ ਹਨ। ਉਹ ਤੇ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਆਏ ਨੇ ਤੇ ਪਾ ਰਹੇ ਨੇ। ਉਦੋਂ ਵੀ ਉਹਨਾਂ ਪਾਇਆ ਤੇ ਅੱਜ ਵੀ ਪਾ ਰਹੇ ਨੇ, ਹੁਣ ਦੇ ਚੱਲ ਰਹੇ ਸਮੇਂ ਵਿੱਚ ਵੀ ਪਾ ਰਹੇ ਨੇ। ਲੇਕਿਨ ਕੁਝ ਲੋਕਾਂ ਨੇ ਉਹਨਾਂ ਨੂੰ ਉਦੋਂ ਪਤਾ ਕੀ ਆਖਿਆ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਆਹ ਬਚਨ ਕੁਝ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਆਖੇ ਨੇ। ਇਹ ਨਿੰਦਿਆ ਹੈ, ਇਹ ਨਹੀਂ ਸੀ ਉਹਨਾਂ ਨੂੰ ਆਖਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਬੇਤਾਲੇ ਨਹੀਂ ਸਨ, ਉਹ ਤਾਲ ਤੋਂ ਖੁੰਝੇ ਹੋਏ ਨਹੀਂ ਸਨ। ਭਾਵ ਉਹ ਜੀਵਨ ਜਿਉਣ ਦੇ ਕਿਸੇ ਢੰਗ ਤਰੀਕੇ ਤੋਂ ਉਹਨਾਂ ਤੋਂ ਢੰਗ ਤਰੀਕਾ ਖੁੰਝਿਆ ਹੋਇਆ ਨਹੀਂ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅਸੀਂ ਜੇ ਜੀਵਨ ਉਹਨਾਂ ਦੀ ਹਿਸਟਰੀ ਪੜ੍ਹੀਏ, ਉਹਦੇ ਚੋਂ ਵੀ ਸਮਝ ਆਉਂਦੀ ਹੈ ਕਿ ਇੱਕ ਤਪਾ ਸੀ ਖਡੂਰ ਸਾਹਿਬ ਦਾ, ਉਹ ਗੁਰੂ ਸਾਹਿਬ ਦੀ ਬਹੁਤ ਨਿੰਦਿਆ ਕਰਦਾ ਸੀ। ਰਾਤ ਦਿਨ ਉਹ ਨਿੰਦਿਆ ਤੇ ਹੀ ਉਹਨੇ ਲੱਕ ਬੰਨਿਆ ਸੀ। ਇੱਥੋਂ ਤੱਕ ਉਹ ਲੋਕਾਂ ਨੂੰ ਕਹਿੰਦਾ ਸੀ ਵੀ ਗ੍ਰਸਤੀ ਕਦੀ ਸੰਤ ਜਾਂ ਗੁਰੂ ਨਹੀਂ ਹੋ ਸਕਦਾ। ਇਹ ਗ੍ਰਸਤੀ ਹੋ ਕੇ ਸੰਤ ਬਣ ਗਿਆ, ਗੁਰੂ ਬਣ ਗਿਆ ਹੈ, ਇਸ ਤੋਂ ਵੱਡਾ ਗੁਨਾਹ ਹੀ ਕੋਈ ਨਹੀਂ ਦੁਨੀਆ ਵਿੱਚ। ਤੇ ਚਲੋ ਕੁਦਰਤੀ ਇੱਕ ਸਮਾਂ ਆਇਆ ਵੀ ਉਹ ਉਸ ਇਲਾਕੇ ਵਿੱਚ ਨਾ ਔੜ ਲੱਗ ਗਈ, ਮੀਂਹ ਨਾ ਪਿਆ, ਸੋਕਾ ਪੈ ਗਿਆ ਤੇ ਫਸਲਾਂ ਸੁੱਕ ਗਈਆਂ। ਉਹਨੇ ਜ਼ਿਮੀਂਦਾਰਾਂ ਨੂੰ ਬਹੁਤ ਭੜਕਾਇਆ। ਖੈਰੇ ਲੋਕ ਸਨ ਉਸ ਪਿੰਡ ਦੇ ਵਿੱਚ ਰਹਿਣ ਵਾਲੇ, ਉਹਨਾਂ ਨੂੰ ਬਹੁਤ ਗੁਰੂ ਸਾਹਿਬ ਦੇ ਬਾਰੇ ਚੁੱਕਣਾ ਦਿੱਤੀ ਤੇ ਚੁੱਕ ਕੇ ਉਹਨਾਂ ਨੂੰ ਗੁਰੂ ਸਾਹਿਬ ਦੇ ਖਿਲਾਫ ਕਰ ਦਿੱਤਾ। ਤੇ ਉਹਨਾਂ ਨੂੰ ਆਖਣ ਲੱਗਾ ਵੀ ਜੇ ਤੁਸੀਂ ਇਸ ਗੁਰੂ ਨੂੰ ਪਿੰਡੋਂ ਕੱਢ ਦਿਓ ਤੇ ਮੀਂਹ ਮੈਂ ਪਵਾਵਾਂਗਾ। ਉਹ ਤਪੇ ਨੇ ਆਖਿਆ। ਇਹ ਹਿਸਟਰੀ ਤੁਸੀਂ ਸਾਰਿਆਂ ਪੜ੍ਹੀ ਹੋਣੀ, ਮੈਂ ਸਾਖੀ ਨਹੀਂ ਸੁਣਾਉਣ ਲੱਗਾ, ਲੇਕਿਨ ਮੈਂ ਦੱਸਣ ਲੱਗਾ ਕਿ ਵੇਖੋ ਕਿਸ ਤਰ੍ਹਾਂ ਲੋਕ ਉਹਨਾਂ ਮਹਾਂਪੁਰਸ਼ਾਂ ਗੁਰੂਆਂ ਦੀਆਂ ਸਮਰੱਥ ਪੂਰਨ ਪੁਰਸ਼ਾਂ ਦੀ ਨਿੰਦਿਆ ਕਿਵੇਂ ਲੋਕ ਕਰਦੇ ਰਹੇ। ਗੁਰੂ ਸਾਹਿਬ ਨੇ ਇੰਨਾ ਵੱਡਾ ਚੈਪਟਰ ਨਿੰਦਿਆ ਤੇ ਕਿਉਂ ਲਿਖਿਆ, ਮੈਂ ਇਹ ਗੱਲ ਕਰਦਾ ਹਾਂ। ਉਹ ਲੋਕਾਂ ਨੇ ਗੁਰੂ ਸਾਹਿਬ ਨੂੰ ਆਖਿਆ ਵੀ ਤੁਸੀਂ ਪਿੰਡ ਛੱਡ ਕੇ ਚਲੇ ਜਾਓ, ਮੀਂਹ ਪੈ ਜਾਏਗਾ, ਤੁਹਾਡੇ ਕਾਰਨ ਮੀਂਹ ਨਹੀਂ ਪੈ ਰਿਹਾ। ਉਹਨਾਂ ਵਿੱਚ ਨਿਮਰਤਾ ਹੈ। ਉਹ ਕਹਿੰਦੇ ਨੇ ਭਾਈ ਜੇ ਸਾਡੇ ਜਾਨ ਨਾਲ ਮੀਂਹ ਪੈਂਦਾ ਤੇ ਮੈਂ ਤੇ 1 ਮਿੰਟ ਵੀ ਨਹੀਂ ਲਗਾਉਂਦਾ। ਉਸੇ ਵੇਲੇ ਉਹਨਾਂ ਨੇ ਆਪਣਾ ਸਾਜੋ ਸਮਾਨ ਜੋ ਹੱਥਾਂ ਵਿੱਚ ਆਇਆ ਫੜਿਆ ਤੇ ਛੱਡ ਕੇ ਪਰੇ ਚਲੇ ਗਏ। 2-3 ਕਿਲੋਮੀਟਰ ਦੂਰ ਜਾ ਕੇ ਪਿੰਡੋਂ ਉੱਥੇ ਗੁਰਦੁਆਰਾ ਬਣਿਆ ਜਿੱਥੇ ਜਾ ਕੇ ਗੁਰੂ ਅੰਗਦ ਦੇਵ ਮਹਾਰਾਜ ਬੈਠੇ ਸਨ। ਤੇ ਮੀਂਹ ਤਾਂ ਫਿਰ ਵੀ ਨਾ ਪਿਆ। ਸੋ ਮੇਰਾ ਮਤਲਬ ਹੈ ਕਿ ਕਿਵੇਂ ਲੋਕਾਂ ਨੇ ਨਿੰਦਿਆ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਇਹ ਵੀ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆ। ਫਿਰ ਵਾਰੀ ਆਈ ਗੁਰੂ ਅਮਰਦਾਸ ਮਹਾਰਾਜ ਜੀ ਦੀ, ਉਹਨਾਂ ਨੂੰ ਤੇ ਲੱਤਾਂ ਤੱਕ ਮਾਰੀਆਂ।
ਇਹ ਨਿੰਦਕਾਂ ਦਾ ਹੀ ਕੰਮ ਸੀ ਨਾ ਜੀ। ਇਹ ਭਲੇ ਪੁਰਸ਼ਾਂ ਦਾ ਕੰਮ ਥੋੜ੍ਹੀ ਹੈ ਕਿ ਮਹਾਂਪੁਰਸ਼ ਨੂੰ ਬੈਠੇ ਨੂੰ ਸੰਗਤ ਵਿੱਚ ਜਾ ਕੇ ਤੁਸੀਂ ਲੱਤਾਂ ਮਾਰੋ ਤੇ ਉਹਦੀ ਬੇਇੱਜ਼ਤੀ ਕਰੋ। ਇਹ ਨਿੰਦਕਾਂ ਦਾ ਕੰਮ ਸੀ ਔਰ ਉਹਨਾਂ ਨਿੰਦਕਾਂ ਨੇ ਕੀਤਾ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦੇ ਬਾਰੇ ਜਿਹੜੇ ਲਾਹੌਰ ਨਿਵਾਸੀ ਸਨ, ਜਿਹੜੇ ਸਮਝਦੇ ਸਨ ਵੀ ਇਸ ਭਾਈ ਜੇਠੇ ਨੇ ਸਾਡੀ ਤੇ ਬੇਇੱਜ਼ਤੀ ਕਰ ਦਿੱਤੀ ਹੈ, ਸਾਡੀ ਤੇ ਕੁੱਲ ਦਾ ਇਹਨੇ ਬਹੁਤ ਭਾਰੀ ਨੁਕਸਾਨ ਕਰ ਦਿੱਤਾ ਹੈ, ਅਸੀਂ ਕਿਵੇਂ ਲੋਕਾਂ ਵਿੱਚ ਸਿਰ ਚੁੱਕ ਕੇ ਜੀਵਾਂਗੇ। ਇਹ ਆਪਣੇ ਸਹੁਰਿਆਂ ਦੇ ਘਰ ਜਾ ਕੇ ਟੋਕਰੀ ਢੋਂਦਾ ਫਿਰਦਾ। ਇਹ ਨਿੰਦਿਆ ਸੀ, ਉਹ ਟੋਕਰੀ ਨਹੀਂ ਸੀ ਢੋ ਰਿਹਾ। ਉਹ ਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਚੁੱਕਾ ਸੀ, ਉਹ ਤੇ ਸੰਤਾਂ ਦੀ ਸ਼ਰਨ ਵਿੱਚ ਆ ਚੁੱਕਾ ਸੀ, ਉਹ ਤੇ ਸੇਵਾ ਕਰ ਰਿਹਾ ਸੀ, ਪਰ ਉਹ ਨਾ ਸਮਝ ਪਾਏ। ਆਓ ਅਸੀਂ ਨਾ ਥੋੜ੍ਹਾ ਜਿਹਾ ਗੁਰਬਾਣੀ ਵਿੱਚੋਂ ਵੇਖਦੇ ਹਾਂ। ਇਹ ਬਚਨ ਨਾ ਤੁਸੀਂ ਆਪ ਵੀ ਪੜ੍ਹਨ ਦੀ ਖੇਚਲ ਕਰਨਾ। ਚੌਥੇ ਪਾਤਸ਼ਾਹ ਮਹਾਰਾਜ ਜੀ ਦੇ ਆ ਬਚਨ ਨੇ ਗੁਰਬਾਣੀ ਵਿੱਚ। ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੈ, ਏਤ ਦੋਖੈ ਤਪਾ ਦਈ ਮਾਰਿਆ। ਸਤਿਪੁਰਖ ਕੀ ਯਾਨੀ ਤਪਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਨਿੰਦਿਆ ਕਰਦਾ, ਸਤਿਪੁਰਖ ਦੀ। ਸੰਸਾਰੈ ਕੀ ਉਸਤਤ ਵਿੱਚ ਹੋਵੈ, ਸੰਸਾਰੀ ਲੋਕਾਂ ਦੀ ਉਸਤਤੀ ਵਿੱਚ ਬੜਾ ਖੁਸ਼ ਹੁੰਦਾ ਹੈ, ਉਹ ਤਪੇ ਦੀ ਗੱਲ ਏ। ਏਤ ਦੋਖੈ ਤਪਾ ਦਈ ਮਾਰਿਆ। ਦਈ ਜਿਹੜਾ ਨਾ ਸ਼ਬਦ ਜੀ ਯਈਏ ਨੂੰ ਸਿਹਾਰੀ ਨਾਲ, ਇਹਦਾ ਉਚਾਰਨ ਹਮੇਸ਼ਾ ਦਈ ਹੁੰਦਾ ਤੇ ਇਹਦਾ ਅਰਥ ਹੁੰਦਾ ਪਰਮਾਤਮਾ। ਤਪਾ ਏਤ ਦੋਖੈ ਤਪਾ ਦਈ ਮਾਰਿਆ, ਇਸ ਦੋਸ਼ ਕਾਰਨ, ਕਿਉਂਕਿ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਨਿੰਦਿਆ ਕਰਦਾ ਸੀ, ਇਸ ਦੋਸ਼ ਦੇ ਕਾਰਨ ਪਰਮਾਤਮਾ ਨੇ ਉਸ ਤਪੇ ਨੂੰ ਮਾਰ ਸੁੱਟਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ। ਵੇਖੋ ਮਹਾਂਪੁਰਸ਼ਾਂ ਦੀ ਯਾਨੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਨਿੰਦਿਆ ਦਾ ਉਸ ਤਪੇ ਨੂੰ ਇਹ ਫਲ ਮਿਲਿਆ। ਸਭ ਗਿਆ ਤਪੇ ਕਾ ਘਾਲਿਆ। ਜਿੰਨੀ ਕੋਨੇ ਕੋਈ ਕਮਾਈ ਕੀਤੀ ਸੀ, ਭਜਨ ਬੰਦਗੀ ਤਪ ਸਾਧਨਾ ਕੀਤੀ ਸੀ, ਉਹ ਸਾਰੀ ਉਹਦੀ ਘਾਲ ਕਮਾਈ ਵਿਅਰਥ ਚਲੀ ਗਈ ਤੇ ਉਹਨੂੰ ਮਾਰ ਹੀ ਸੁੱਟਿਆ। ਉਹਨਾਂ ਹੀ ਖਹਿਰਿਆਂ ਨੇ ਮਾਰਿਆ ਸੀ ਜਿਨ੍ਹਾਂ ਕੋਲੋਂ ਉਹਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਿੰਡੋਂ ਕਢਵਾ ਦਿੱਤਾ ਸੀ। ਸੋ ਇਹ ਬਚਨ ਗੁਰੂ ਸਾਹਿਬ ਜੀ ਦਾ ਪੰਨਾ ਨੰਬਰ 315 ਤੇ ਹੈ। ਅੱਗੇ ਗੁਰੂ ਸਾਹਿਬ ਆਖਦੇ ਨੇ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਧਰਮ ਰਾਜੇ ਨੇ ਯਾਨੀ ਸਾਡੇ ਅੰਦਰ ਧਰਮ ਦਾ ਰਾਜ ਏ, ਉਸ ਨੇ ਜਮ ਕੰਕਰਾਂ ਨੂੰ ਆਖ ਦਿੱਤਾ ਹੋਇਆ ਹੈ। ਕੀ ਆਖ ਦਿੱਤਾ ਹੈ? ਇਸ ਤਪੇ ਨੂੰ ਤਿੱਥੇ ਖੜ ਪਾਇਓ। ਖੜ ਮੈਨੇ ਲਿਜਾ ਕੇ ਇਸ ਤਪੇ ਨੂੰ ਉੱਥੇ ਲਿਜਾ ਕੇ ਸੁੱਟ ਦਿਓ ਜਿੱਥੇ ਮਹਾ ਹਥਿਆਰਿਆ, ਜਿੱਥੇ ਵੱਡੇ ਵੱਡੇ ਹਥਿਆਰਿਆਂ ਨੂੰ ਜਿਹੜਿਆਂ ਨਰਕਾਂ ਸੁੱਟਿਆ ਜਾਂਦਾ ਹੈ ਨਾ, ਇਸ ਤਪੇ ਨੂੰ ਉੱਥੇ ਪਾਓ, ਕਿਉਂਕਿ ਇਹਨੇ ਸਤਿਪੁਰਸ਼ਾਂ ਦੀ ਨਿੰਦਿਆ ਕੀਤੀ ਹੈ। ਨਿੰਦਿਆ ਕਿੰਨੀ ਮਾੜੀ ਏ, ਆਪਾਂ ਇਹਨਾਂ ਬਚਨਾਂ ਤੋਂ ਸਮਝਣਾ ਜਿਹੜੇ ਗੁਰੂ ਜੀ ਦੇ ਬਚਨ ਨੇ ਚੌਥੇ ਪਾਤਸ਼ਾਹ ਦੇ। ਕਿੰਨੀ ਮਾੜੀ ਇਹ ਨਿੰਦਿਆ। ਔਰ ਮੈਨੂੰ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਤੇ ਸੱਚ ਬੋਲਣਾ ਚਾਹਾਂਗਾ ਤੁਹਾਡੇ ਸਾਹਮਣੇ ਕਿ ਪੁਰਾਣੇ ਸਮੇਂ ਤੇ ਚਲੋ ਨਿੰਦਿਆ ਅਸੀਂ ਕਰਦੇ ਹੀ ਸਾਂ, ਉਦੋਂ ਸਾਨੂੰ ਪਤਾ ਹੀ ਨਹੀਂ ਸੀ ਨਿੰਦਿਆ ਕੀ ਹੁੰਦੀ ਏ। ਪਰ ਜਦੋਂ ਤੋਂ ਗੁਰੂ ਜੀ ਦੀ ਬਾਣੀ ਪੜ੍ਹਨ ਲੱਗਿਆ ਉਦੋਂ ਤੋਂ ਪਤਾ ਲੱਗ ਗਿਆ ਕਿ ਨਿੰਦਿਆ ਬੜੀ ਮਾੜੀ ਹੈ, ਸਾਨੂੰ ਨਹੀਂ ਕਰਨੀ ਚਾਹੀਦੀ। ਲੇਕਿਨ ਮਨ ਏਡਾ ਖਤਰਨਾਕ ਏ, ਇਹ ਕਿਤੇ ਨਾ ਕਿਤੇ ਜਾਣਦਿਆਂ ਹੋਇਆਂ ਵੀ ਕਰ ਜਾਂਦਾ ਹੈ, ਜਾਣਦਿਆਂ ਬੁੱਝਦਿਆਂ ਕਰ ਜਾਂਦਾ ਹੈ। ਇਹਨੂੰ ਪਤਾ ਹੁੰਦਾ ਕਿ ਆਪ ਕੰਮ ਨਹੀਂ ਕਰਨਾ, ਫਿਰ ਵੀ ਕਰ ਜਾਂਦਾ ਹੈ। ਸੋ ਮੈਂ ਆਪਣੇ ਆਪ ਨੂੰ ਵੀ ਤੇ ਤੁਹਾਨੂੰ ਵੀ ਆਖਣਾ ਚਾਹਾਂਗਾ ਕਿ ਇਹਨਾਂ ਬਚਨਾਂ ਤੋਂ ਆਪਾਂ ਸਮਝੀਏ ਕਿ ਨਿੰਦਿਆ ਕਿੰਨੀ ਮਾੜੀ ਏ, ਸਾਨੂੰ ਇਹ ਨਹੀਂ ਕਰਨੀ ਚਾਹੀਦੀ। ਅੱਗੇ ਤੋਂ ਤੌਬਾ ਕਰੀਏ ਕਿ ਪਿੱਛੇ ਜੋ ਹੋਇਆ ਅੱਗੇ ਤੋਂ ਨਹੀਂ ਕਰਾਂਗੇ, ਕਿਉਂਕਿ ਇਹ ਧਰਮ ਰਾਜੇ ਨੇ ਜਮ ਕੰਕਰਾਂ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਇਹ ਨਿੰਦਿਆ ਕਰਨ ਵਾਲੇ ਬੰਦੇ ਨੂੰ ਉੱਥੇ ਜਾ ਕੇ ਉਹਨਾਂ ਨਰਕਾਂ ਵਿੱਚ ਸੁੱਟੋ ਜਿੱਥੇ ਵੱਡੇ ਵੱਡੇ ਹਥਿਆਰੇ ਸੁੱਟੇ ਜਾਂਦੇ ਨੇ। ਫਿਰ ਇਸ ਤਪੇ ਦਾ ਮੂੰਹ ਕੋਈ ਲੱਗੋ ਨਹੀਂ, ਇਸ ਤਪੇ ਦੇ ਫਿਰ ਮੱਥੇ ਨਾ ਕੋਈ ਲੱਗਿਆ ਜੇ। ਇੰਨਾ ਮਾੜਾ ਬੰਦਾ ਜਿਹੜਾ ਨਿੰਦਿਆ ਕਰਦਾ ਹੋਵੇ ਤੇ ਮੱਥੇ ਲੱਗਣਾ ਵੀ ਗੁਨਾਹ ਹੈ। ਇਹ ਸਤਿਗੁਰ ਹੈ ਫਿਟਕਾਰਿਆ, ਇਹ ਸਤਿਗੁਰੂ ਦਾ ਫਿਟਕਾਰਿਆ ਹੋਇਆ ਬੰਦਾ ਹੈ। ਅੱਜ ਆਪਾਂ ਪੜ੍ਹਨਾ ਹੈ ਕਿ ਉਹ ਜਿਹੜਾ ਬੰਦਾ ਹੈ ਨਾ, ਜਿਹੜਾ ਨਿੰਦਿਆ ਕਰਦਾ ਹੈ,
ਉਹ ਸੰਤਾਂ ਦਾ ਫਿਟਕਾਰਿਆ ਹੋਇਆ ਬੰਦਾ ਹੈ। ਸੋ ਅਸੀਂ ਇਹੋ ਜਿਹੇ ਨਹੀਂ ਬਣਨਾ, ਅਸੀਂ ਗੁਰੂ ਦੇ ਸੱਚੇ ਸਿੱਖ ਬਣਨਾ ਹੈ। ਕੋਸ਼ਿਸ਼ ਕਰਨੀ ਹੈ ਕਿ ਅਸੀਂ ਗੁਰੂ ਦੇ ਸੱਚੇ ਸਿੱਖ ਬਣ ਕੇ ਆਪਣੇ ਜੀਵਨ ਵਿੱਚੋਂ ਇਹੋ ਜਿਹੇ ਜਿਹੜੇ ਗੁਨਾਹ ਨੇ, ਜਿਹੜੇ ਐਬ ਨੇ, ਉਹਨਾਂ ਨੂੰ ਕੱਢ ਸੁੱਟੀਏ। ਨਾ ਕਿਸੇ ਦੀ ਉਸਤਤ ਕਰੀਏ, ਨਾ ਕਿਸੇ ਦੀ ਨਿੰਦਿਆ ਕਰੀਏ, ਪਰ ਮੈਂ ਬੇਨਤੀ ਕੀਤੀ ਸੱਚ ਆਖਣ ਤੋਂ ਗੁਰੇਜ਼ ਨਹੀਂ ਕਰਨਾ। ਤੇ ਸੱਚ ਵੀ ਜਿਹਨੂੰ ਆਖਣਾ ਉਹਨੂੰ ਹੀ ਆਖਣਾ, ਜਿਹਦਾ ਹੈ ਉਸੇ ਨੂੰ ਹੀ ਆਖਣਾ, ਲੋਕਾਂ ਕੋਲ ਨਹੀਂ ਕਹਿੰਦੇ ਫਿਰਨਾ। ਕੋਈ ਕਿਸੇ ਦਾ ਅਸੀਂ ਗੁਨਾਹ ਵੇਖੀਏ, ਉਹ ਗੁਨਾਹ ਲੋਕਾਂ ਨੂੰ ਨਹੀਂ ਦੱਸਦੇ ਫਿਰਨਾ, ਉਸੇ ਬੰਦੇ ਨੂੰ ਜਾ ਕੇ ਦੱਸਣਾ ਕਿ ਵੀਰਾ ਤੇਰੇ ਵਿੱਚ ਗੁਨਾਹ ਮੈਨੂੰ ਨਜ਼ਰ ਆਉਂਦਾ ਹੈ, ਇਸ ਨੂੰ ਠੀਕ ਕਰ। ਫਿਰ ਅਸੀਂ ਉਹਦੇ ਸੱਚੇ ਮਿੱਤਰ ਬਣ ਜਾਵਾਂਗੇ ਤੇ ਗੁਰੂ ਮਹਾਰਾਜ ਦੀ ਖੁਸ਼ੀ, ਉਸ ਦੀ ਬਖਸ਼ਿਸ਼ ਅਸੀਂ ਹਾਸਲ ਕਰ ਲਵਾਂਗੇ ਜੇ ਅਸੀਂ ਇਸ ਢੰਗ ਨਾਲ ਜ਼ਿੰਦਗੀ ਜੀਏ ਤਾਂ। ਸੋ ਇਹ ਜੀ 4 ਪੁਆਇੰਟ ਅੱਜ ਆਪਾਂ ਸਮਝੇ ਨੇ। ਤੇ ਚੌਥਾ ਪੁਆਇੰਟ ਸੀ ਕਿ ਇਹ ਗੁਰੂ ਮਹਾਰਾਜ ਨੇ ਇੰਨਾ ਵੱਡਾ ਚੈਪਟਰ ਜਿਹੜਾ ਹੈ ਨਿੰਦਿਆ ਉੱਤੇ ਕਿਉਂ ਲਿਖਿਆ, ਤੇ ਮੇਰੇ ਧਿਆਨ 'ਚ ਇਸ ਤਰ੍ਹਾਂ ਆਇਆ, ਹੋਰ ਵੀ ਬੜੇ ਸਾਰੇ ਕਾਰਨ ਹੋਣਗੇ। ਉਹਨਾਂ ਸਾਰਿਆਂ ਕਾਰਨਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਜਾਣਦੇ ਨੇ, ਪਰ ਜਿਵੇਂ ਮੈਨੂੰ ਸਮਝ ਵਿੱਚ ਆਇਆ ਮੈਂ ਤੁਹਾਡੇ ਨਾਲ ਉਸ ਗੱਲ ਸਾਂਝੀ ਕੀਤੀ ਏ ਕਿ ਮੈਨੂੰ ਇਉਂ ਲੱਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ 4 ਗੁਰੂ ਸਾਹਿਬਾਨ ਦਾ ਜੀਵਨ ਹੈ, ਤੇ ਉਹਨਾਂ ਨੇ ਵੇਖਿਆ ਕਿ ਕਿਵੇਂ ਕੁਝ ਲੋਕ ਉਹਨਾਂ ਸਤਿਪੁਰਸ਼ਾਂ ਦੀ, ਉਹਨਾਂ ਮਹਾਂਪੁਰਸ਼ਾਂ ਦੀ, ਉਹਨਾਂ ਗੁਰੂਜਨਾਂ ਦੀ ਨਿੰਦਿਆ ਕਰਦੇ ਰਹੇ। ਤੇ ਅੱਗੇ ਆਪਾਂ ਨੇ ਵੀ ਸਮਝਾਂਗੇ, ਉਹ ਵੀ ਗੁਰੂ ਮਹਾਰਾਜ ਨੇ ਲਿਖਿਆ ਵੀ ਜਿਹੜੇ ਨਿੰਦਿਆ ਕਰਨ ਵਾਲੇ ਵੀ ਜੇ ਉਹਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਆਪਾਂ ਇਹ ਗੱਲ ਵੀ ਸਮਝਾਂਗੇ। ਸੋ ਇੱਥੋਂ ਤੱਕ ਸੀ ਜੀ ਸ਼ਲੋਕ ਦੀ ਵਿਚਾਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਹੁਣ ਆਪਾਂ ਅੱਜ ਦਾ ਜਿਹੜਾ ਬੰਦ ਨੰਬਰ 1 ਇਸ ਨੂੰ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ, ਸੰਤ ਕੈ ਦੁਖਣ ਆਰਜਾ ਘਟੈ। ਹੁਣ ਜਿਹੜਾ ਦੁਖਣ ਸ਼ਬਦ ਹੈ ਨਾ, ਇਹਦਾ ਮਤਲਬ ਹੈ ਜੀ ਨਿੰਦਾ। ਦੁਖਣ ਦਾ ਮਤਲਬ ਹੈ ਨਿੰਦਾ, ਕਿਸੇ ਦੇ ਵਿੱਚ ਦੋਸ਼ ਸਥਾਪਨ ਕਰਨੇ, ਇਸ ਨੂੰ ਦੁਖਣ ਆਖਦੇ ਨੇ। ਸੰਤ ਕੈ ਦੁਖਣ, ਸੰਤਾਂ ਦੀ ਨਿੰਦਿਆ ਕਰਨ ਵਾਲੇ ਦੀ ਆਰਜਾ ਘਟੈ, ਉਹਦੀ ਉਮਰ ਘਟ ਜਾਂਦੀ ਏ। ਉਮਰ ਕਿਵੇਂ ਘਟਦੀ ਏ, ਅਸੀਂ ਇਹ ਵੀ ਥੋੜਾ ਜਿਹਾ ਸਮਝ ਕੇ ਚੱਲਦੇ ਹਾਂ। ਉਮਰ ਇਸ ਤਰ੍ਹਾਂ ਘਟ ਜਾਂਦੀ ਏ ਜੀ, ਉਹਦੀ ਉਮਰ ਨਾ ਲੇਖੇ ਵਿੱਚ ਨਹੀਂ ਆਉਂਦੀ। ਮਰਨਾ ਤੇ ਉਹਨੇ ਉਦੋਂ ਹੀ ਹੈ ਜਦੋਂ ਮਰਨਾ ਹੈ, ਲੇਕਿਨ ਜਿਹੜੇ ਗੁਰਮੁਖ ਚੰਗੇ ਕਰਮ ਕਮਾਉਂਦੇ ਨੇ, ਨਾਮ ਜਪਦੇ ਨੇ, ਭਜਨ ਬੰਦਗੀ ਕਰਦੇ ਨੇ, ਉਹਨਾਂ ਦੀ ਉਮਰ ਜਾਂ ਉਹਨਾਂ ਦੀ ਜ਼ਿੰਦਗੀ ਦਾ ਸਮਾਂ ਲੇਖੇ ਵਿੱਚ ਲੱਗ ਜਾਂਦਾ ਹੈ। ਪਰਮਾਤਮਾ ਦੀ ਉਹ ਪ੍ਰਸੰਨਤਾ ਹਾਸਲ ਕਰ ਲੈਂਦੇ ਨੇ। ਪਰ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਇਸ ਲਈ ਮਾਨੋ ਉਹਨਾਂ ਦੀ ਉਮਰ ਘਟ ਗਈ ਹੈ। ਉਹਨਾਂ ਦੀ ਉਮਰ ਜਿੰਨੀ ਵੀ ਉਹਨਾਂ ਨੇ ਜੀਵੇ ਨੇ, ਭਾਵੇਂ 50 ਸਾਲ ਤੇ ਭਾਵੇਂ 100 ਸਾਲ, ਉਹ ਕਿਸੇ ਲੇਖੇ ਵਿੱਚ ਨਹੀਂ ਪਈ, ਉਹ ਵਿਅਰਥ ਚਲੀ ਗਈ ਏ। ਮਾਨੋ ਉਹ 100 ਸਾਲ ਹੀ ਘਟ ਹੀ ਗਿਆ ਉਹਨਾਂ ਦਾ। ਸੰਤ ਕੈ ਦੁਖਣ ਜਮ ਤੇ ਨਹੀਂ ਛੁੱਟੈ। ਹੁਣ ਵੇਖੋ, ਜਦੋਂ ਆਪਾਂ ਬਚਨ ਸਮਝਣੇ ਨੇ ਨਾ, ਤੇ ਆਪਣੇ ਅੰਦਰ ਇਹਨਾਂ ਬਚਨਾਂ ਨੂੰ ਪੱਕਿਆਂ ਕਰਕੇ ਵਸਾ ਲੈਣਾ, ਕਿਉਂਕਿ ਇਹ ਬਚਨ ਗੁਰੂ ਮਹਾਰਾਜ ਦੇ ਨੇ, ਸਤਿਪੁਰਸ਼ਾਂ ਦੇ ਬਚਨ ਨੇ ਵੀ ਸੰਤਾਂ ਦੀ ਨਿੰਦਿਆ ਕਰਨ ਨਾਲ ਜਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਮੁੜ ਮੁੜ ਕੇ ਜੰਮਾਂਗੇ, ਮੁੜ ਮੁੜ ਕੇ ਮਰਾਂਗੇ, ਜਮਾਂ ਦੇ ਵਸ ਪਵਾਂਗੇ। ਤੇ ਗੁਰਮਤਿ ਵਿੱਚ ਨਾ ਜਮ ਜਿਹੜੇ ਸਾਡੇ ਅੰਦਰ ਬੈਠੇ ਨੇ, ਉਹ ਵੀ ਜਮ ਹੀ ਨੇ, ਉਹਨਾਂ ਤੋਂ ਵੀ ਛੁਟਕਾਰਾ ਨਹੀਂ ਹੋਣਾ ਸਾਡਾ। ਜਿਹੜੇ 5 ਕਾਮ ਕ੍ਰੋਧ ਆਦਿਕ ਨੇ, ਇਹ ਵੀ ਹਰ ਵਕਤ ਸਾਨੂੰ ਦੁਖੀ ਕਰਦੇ ਨੇ। ਜਮਾਂ ਨੇ ਕੀ ਕਰਨਾ, ਸਾਨੂੰ ਸਜ਼ਾ ਹੀ ਤੇ ਦੇਣੀ ਹੈ, ਤੇ ਅੰਦਰ ਬੈਠੇ ਜਮ ਵੀ ਤਾਂ ਸਾਨੂੰ ਸਜ਼ਾ ਹੀ ਦੇ ਰਹੇ ਨੇ ਹਰ ਵਕਤ। ਕਿਵੇਂ ਸਾਨੂੰ ਦੁਖੀ ਕਰਦੇ ਨੇ, ਜਦੋਂ ਕਿਸੇ ਨੂੰ ਕ੍ਰੋਧ ਆਇਆ ਹੋਵੇ, ਉਹ ਜਿਹੜੀ ਕ੍ਰੋਧ ਰੂਪ ਚੰਡਾਲਨ ਅੰਦਰ ਬੈਠੀ ਏ, ਉਹ ਫਿਰ ਚੰਡਾਲਾਂ ਵਾਲਾ ਕੰਮ ਕਰਦੀ ਏ। ਸਾਡਾ ਕਿਵੇਂ ਦਿਲ ਦੁਖਦਾ, ਕਿਵੇਂ ਅਸੀਂ ਲਾਲ ਪੀਲਾ ਸਾਡਾ ਚਿਹਰਾ ਹੁੰਦਾ ਜਦੋਂ ਸਾਨੂੰ ਕ੍ਰੋਧ ਆਇਆ ਹੁੰਦਾ। ਜਮ ਤੇ ਨਹੀਂ ਛੁੱਟਾ, ਜਮਾਂ ਤੋਂ ਛੁਟਕਾਰਾ ਨਹੀਂ ਹੋਣਾ ਜੇ ਅਸੀਂ ਸੰਤਾਂ ਦੀ ਨਿੰਦਿਆ ਕਰਦੇ ਰਹੇ। ਸੰਤ ਕੈ ਦੁਖਣ ਸੁਖ ਸਭ ਜਾਏ। ਸੰਤਾਂ ਦੀ ਨਿੰਦਿਆ ਕਰਨ ਨਾਲ ਜ਼ਿੰਦਗੀ ਦੇ ਵਿੱਚੋਂ
ਹਰ ਪ੍ਰਕਾਰ ਦਾ ਸੁੱਖ ਸਾਰੇ ਦਾ ਸਾਰਾ ਹੀ ਚਲਾ ਜਾਂਦਾ ਹੈ। ਉਸ ਬੰਦੇ ਨੂੰ ਕਦੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ ਜਿਹੜਾ ਮਹਾਂਪੁਰਸ਼ਾਂ ਦੀ ਨਿੰਦਿਆ ਕਰਦਾ ਹੈ। ਸੁੱਖ ਕਿੱਥੇ ਚਲਾ ਜਾਂਦਾ ਹੈ? ਜਦੋਂ ਅਸੀਂ ਕੋਈ ਵੀ ਕੁਕਰਮ ਕਰਦੇ ਆ ਨਾ ਜੀ, ਸਾਨੂੰ ਲੋਕਾਂ ਨੂੰ ਭਾਵੇਂ ਨਾ ਪਤਾ ਹੋਵੇ ਲੇਕਿਨ ਆਪ ਨੂੰ ਪਤਾ ਹੁੰਦਾ ਹੈ ਕਿ ਮੈਂ ਆਹ ਕੰਮ ਮਾੜਾ ਕੀਤਾ ਹੈ, ਨਜਾਇਜ਼ ਕੀਤਾ, ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੈਂ ਕੰਮ ਗਲਤ ਕੀਤਾ ਹੈ। ਫਿਰ ਉਸ ਕੀਤੇ ਹੋਏ ਗਲਤ ਕੰਮ ਨੂੰ ਸਾਡਾ ਮਨ ਬਾਰ-ਬਾਰ ਚੇਤੇ ਤੇ ਕਰਦਾ ਹੀ ਹੈ, ਯਾਨੀ ਸਾਡੇ ਚੇਤੇ ਵਿੱਚ ਤੇ ਉਹ ਰਹਿੰਦਾ ਹੀ ਹੈ। ਉਹ ਕੰਮ ਕਿਤੇ ਉਹ ਸਾਡੇ ਅੰਦਰੋਂ ਡਿਲੀਟ ਤੇ ਨਹੀਂ ਨਾ ਹੋ ਜਾਂਦਾ ਜੀ, ਉਹ ਅੰਦਰ ਤੇ ਰਹਿੰਦਾ ਹੈ। ਬਾਰ-ਬਾਰ ਸਾਨੂੰ ਉਹ ਚੇਤੇ ਆਉਂਦਾ ਤੇ ਫਿਰ ਅਸੀਂ ਦੁਖੀ ਹੁੰਦੇ ਹਾਂ, ਮਨ ਹੀ ਮੰਨ ਕੇ ਪਛਤਾਵਾ ਬਣਦਾ ਹੈ ਵੀ ਇਹ ਮੈਂ ਕਿਉਂ ਕੀਤਾ। ਇਸ ਤਰ੍ਹਾਂ ਜ਼ਿੰਦਗੀ ਵਿੱਚ ਕਿੰਨਾ ਵੀ ਸੁੱਖ ਹੋਵੇ ਉਹਦੇ ਕੋਲ, ਪਰਿਵਾਰਕ ਤੌਰ ਤੇ ਉਹ ਸੁਖੀ ਹੋਵੇ, ਘਰ-ਬਾਰ ਚੰਗਾ ਹੋਵੇ, ਦੁਨੀਆ ਵਿੱਚ ਮਾਣ ਇੱਜ਼ਤ ਮਿਲਦਾ ਹੋਵੇ, ਇਸ ਸਭ ਕਾਸੇ ਦੇ ਹੁੰਦਿਆਂ ਉਹ ਬੰਦਾ ਦੁਖੀ ਹੁੰਦਾ ਹੈ ਕਿ ਮੈਂ ਆਹ ਕੀ ਕਰ ਬੈਠਾ। ਭਾਵੇਂ ਲੋਕਾਂ ਨੂੰ ਨਹੀਂ ਪਤਾ ਪਰ ਮੈਨੂੰ ਤੇ ਮੇਰੇ ਕੀਤੇ ਦਾ ਪਤਾ ਹੀ ਹੈ ਨਾ। ਇਸ ਤਰ੍ਹਾਂ ਸਾਰਾ ਸੁੱਖ ਚਲਾ ਜਾਂਦਾ ਜੀਵਨ ਦੇ ਵਿੱਚੋਂ। ਸੰਤ ਕੈ ਦੁਖਨ ਨਰਕ ਮਹਿ ਪਾਏ। ਜਦੋਂ ਸੁੱਖ ਚਲਾ ਜਾਂਦਾ ਨਾ, ਜਿਹੜੀ ਬਾਕੀ ਚੀਜ਼ ਰਹਿ ਜਾਂਦੀ ਉਹ ਨਰਕ ਹੀ ਹੁੰਦਾ ਹੈ। ਸੁੱਖ ਦਾ ਚਲੇ ਜਾਣਾ ਤੇ ਦੁੱਖ ਦਾ ਆ ਕੇ ਖੜੇ ਹੋ ਜਾਣਾ, ਨਰਕ ਵਿੱਚ ਪੈਣਾ ਹੀ ਹੈ। ਸੰਤ ਕੈ ਦੁਖਨ, ਜਿਹੜੇ ਲੋਕ ਸੰਤਾਂ ਦੀ ਨਿੰਦਿਆ ਕਰਦੇ ਨੇ, ਆਪਾਂ ਨਾ ਇਹ ਗੱਲ ਚੇਤੇ ਰੱਖਣੀ ਹੈ, ਸੰਤ ਸਾਧ ਗੁਰੂ ਇਹ ਸਾਰੇ ਸਮਾਰਥਿਕ ਸ਼ਬਦ ਨੇ ਤੇ ਪਰਮਾਤਮਾ, ਇਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੁੰਦਾ। ਕਿਸੇ ਪੂਰੇ ਸਤਿਪੁਰਸ਼ ਦੀ ਨਿੰਦਿਆ ਕਰਨੀ ਰੱਬ ਦੀ ਨਿੰਦਿਆ ਕਰਨ ਦੇ ਤੋਲੇ, ਜਿਹੜੀ ਕਿ ਸਾਨੂੰ ਭੁੱਲ ਕੇ ਵੀ ਸੁਪਨੇ ਵਿੱਚ ਵੀ ਨਹੀਂ ਕਰਨੀ ਚਾਹੀਦੀ। ਕੋਸ਼ਿਸ਼ ਕਰੀਏ ਕਿ ਨਾ ਕੀਤੀ ਜਾਏ। ਸੰਤ ਕੈ ਦੁਖਨ ਨਰਕ ਮਹਿ ਪਾਏ। ਉਹ ਬੰਦਾ ਜਿਹੜਾ ਸੰਤਾਂ ਦੀ ਨਿੰਦਿਆ, ਸਤਿਪੁਰਸ਼ਾਂ ਦੀ ਨਿੰਦਿਆ ਕਰਦਾ ਹੈ, ਉਹ ਭਾਈ ਉਹਦਾ ਸੁੱਖ ਚਲਾ ਜਾਂਦਾ ਹੈ, ਜ਼ਿੰਦਗੀ 'ਚ ਦੁੱਖ ਹੀ ਦੁੱਖ ਰਹਿ ਜਾਂਦੇ ਨੇ ਤੇ ਮਾਨੋ ਫਿਰ ਉਹ ਸਾਰੀ ਜ਼ਿੰਦਗੀ ਨਰਕ ਵਿੱਚ ਹੀ ਕੱਟਦਾ ਹੈ। ਸੰਤ ਕੈ ਦੁਖਨ ਮਤ ਹੋਏ ਮਲੀਨ। ਅਸੀਂ ਤੇ ਸੰਤਾਂ ਦੀ ਸੰਗਤ ਕਰਕੇ ਆਪਣੀ ਮਤ ਨੂੰ ਉਜਵਲ ਕਰਨਾ ਸੀ, ਪਰ ਅਸੀਂ ਉਹਦੇ ਉਲਟ ਕਰ ਬੈਠਦੇ ਹਾਂ। ਸੰਤਾਂ ਦੀ ਨਿੰਦਿਆ ਕਰ ਕਰਕੇ ਅਸੀਂ ਉਹਨਾਂ ਦੀ ਸੰਗਤ ਖੁੰਝ ਜਾਂਦੀ ਹੈ ਸਾਡੇ ਤੋਂ, ਤੇ ਸਾਡੀ ਜਿਵੇਂ ਜਿਵੇਂ ਅਸੀਂ ਸੰਤਾਂ ਦੀ ਨਿੰਦਿਆ ਕਰਦੇ ਹਾਂ ਤਿਵੇਂ ਤਿਵੇਂ ਮਨ ਦੇ ਉੱਤੇ ਹੋਰ ਮੈਲਾਪਨ ਜਿਹੜਾ ਉਹ ਚੜ੍ਹਦਾ ਜਾਂਦਾ ਹੈ। ਮਤ ਹੋਰ ਮੈਲੀ ਹੁੰਦੀ ਜਾਂਦੀ ਹੈ। ਆਪਾਂ ਅਰਦਾਸ ਵਿੱਚ ਕੀ ਪੜ੍ਹਦੇ ਹਾਂ ਜੀ ਰੋਜ਼? ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਤ ਉੱਚੀ ਉਦੋਂ ਹੁੰਦੀ ਹੈ ਜਦੋਂ ਇਹ ਨਿਰਮਲ ਹੁੰਦੀ ਹੈ। ਜਦੋਂ ਇਹ ਮੈਲ ਨਾਲ ਭਾਰੀ ਹੋ ਜਾਂਦੀ ਹੈ ਨਾ ਜੀ, ਉਦੋਂ ਇਹ ਉੱਚੀ ਨਹੀਂ ਹੁੰਦੀ, ਉਦੋਂ ਇਹ ਨੀਵੀਂ ਹੁੰਦੀ ਹੈ। ਤੁਸੀਂ ਤਰਾਜੂ ਵੇਖੋ ਤੱਕੜੀ, ਉਹਨੂੰ ਫੜ ਕੇ ਵੇਖਣਾ ਤੇ ਦੋ ਛਾਬਿਆਂ 'ਚ ਕੋਈ ਚੀਜ਼ ਰੱਖੋ, ਜਿਹੜੀ ਭਾਰੀ ਹੋਏਗੀ ਉਹ ਨੀਵੇਂ ਪਾਸੇ ਬਹਿ ਜਾਏਗਾ ਉਹ ਛਾਬਾ, ਜਿਹੜਾ ਹੌਲਾ ਹੋਏਗਾ ਉੱਚਾ ਉੱਠ ਜਾਏਗਾ। ਜਦੋਂ ਮਤ ਉਜਵਲ ਹੋ ਜਾਂਦੀ ਉਹ ਹਲਕੀ ਹੋ ਜਾਂਦੀ ਹੈ, ਮਤ ਉੱਚੀ ਹੋ ਜਾਂਦੀ ਹੈ। ਤੇ ਜਿਹੜਾ ਮਨ ਹੈ ਉਹ ਸਾਡਾ ਜਿਹੜਾ ਮਨ ਹੈ ਨਾ ਜੀ, ਹੁਣ ਇਹ ਉੱਚਾ ਹੋਇਆ ਪਿਆ ਹੈ। ਇਸ ਮਨ ਨੂੰ ਅਸੀਂ ਥੱਲੇ ਲਿਆਉਣਾ ਹੈ। ਮਨ ਵਿੱਚ ਹਉਮੈ ਆ, ਅਹੰਕਾਰ ਹੈ, ਅਹੰਕਾਰ ਕਾਰਨ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੀ ਫਿਰਦਾ। ਇਹਨੂੰ ਨੀਵਾਂ ਕਰਕੇ ਮਤ ਨੂੰ ਉੱਚਾ ਚੁੱਕਣਾ, ਯਾਨੀ ਸਾਡੀ ਮਤ ਮਨ ਦੇ ਉੱਤੇ ਕੰਟਰੋਲ ਕਰੇ। ਹੁਣ ਕੀ ਹੋਇਆ ਕਿ ਸਾਡੇ ਮਨ ਨੇ ਸਾਡੀ ਮਤ ਉੱਤੇ ਕਾਬੂ ਪਾਇਆ ਹੋਇਆ ਹੈ। ਇਹ ਗੱਲ ਆਪਾਂ ਸਮਝਣੀ ਹੈ। ਸੰਤਾਂ ਦੀ ਨਿੰਦਿਆ ਕਰਨ ਦੇ ਨਾਲ ਮਤ ਜਿਹੜੀ ਉਹ ਮਲੀਨ ਹੋ ਜਾਂਦੀ, ਉਹ ਭਾਰੀ ਹੋ ਜਾਂਦੀ ਹੈ। ਸੰਤ ਕੈ ਦੁਖਨ ਸ਼ੋਭਾ ਤੇ ਹੀਨ। ਸੰਤਾਂ ਦੀ ਨਿੰਦਿਆ ਕਰਨ ਵਾਲਾ ਸ਼ੋਭਾ ਤੋਂ ਖਾਲੀ ਹੋ ਜਾਂਦਾ, ਉਹਦੀ ਕੋਈ ਵਡਿਆਈ ਨਹੀਂ ਸੰਸਾਰ ਵਿੱਚ ਰਹਿ ਜਾਂਦੀ। ਜਿਵੇਂ ਅਸੀਂ ਉੱਤੇ ਕਿੰਨਿਆਂ ਲੋਕਾਂ ਦੀ ਉਦਾਹਰਨ ਲੈ ਕੇ ਵੇਖ ਲਿਆ ਨਾ, ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ। ਤੇ ਅੱਗੇ ਜਾ ਕੇ ਆਪਾਂ ਬਚਨ ਪੜ੍ਹਾਂਗੇ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ, ਗੁਰ ਬਾਬੇ ਫਿਟ ਕੈਸੇ ਫਿੱਟੇ, ਗੁਰੇ ਅੰਗਦ ਕੀਤੇ ਕੂੜਿਆਰੇ, ਹੈ ਨਾ। ਉਹ ਲੋਕ ਸ਼ੋਭਾ ਤੋਂ
ਵਾਂਝੇ ਰਹਿ ਜਾਂਦੇ ਨੇ। ਉਹਨਾਂ ਦੀ ਸੰਸਾਰ ਵਿੱਚ ਸ਼ੋਭਾ ਨਹੀਂ ਹੁੰਦੀ, ਸਗੋਂ ਸੰਸਾਰ ਵਿੱਚ ਉਹਨਾਂ ਨੂੰ ਦੁਰੇ ਦੁਰੇ ਲੋਕ ਕਰਦੇ ਨੇ। ਉਹਨਾਂ ਦੇ ਤੇ ਮੱਥੇ ਨਹੀਂ ਕੋਈ ਲੱਗਦਾ ਜਿਹੜਾ ਬੰਦਾ ਸਤਿਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਹੋਵੇ। ਸੋ ਉਹਨਾਂ ਦੀ ਸ਼ੋਭਾ ਜਿਹੜੀ ਖਤਮ ਹੋ ਜਾਂਦੀ ਸੰਸਾਰ ਵਿੱਚ। ਸੰਤ ਕੇ ਹਤੇ ਕੋ ਰੱਖੈ ਨਾ ਕੋਏ, ਹਤੇ ਤੋਂ ਭਾਵੇਂ ਫਿਟਕਾਰੇ ਹੋਏ ਨੂੰ। ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੋਵੇ, ਜੇ ਕਿਤੇ ਸੰਤ ਉਸ ਨੂੰ ਫਿਟਕਾਰ ਦੇਣ ਵੀ ਤੂੰ ਦਫਾ ਹੋ ਜਾ, ਇੰਨਾ ਹੀ ਕਹਿ ਦੇਣ, ਹਤੇ ਕੋ ਰੱਖੈ ਨਾ ਕੋਏ। ਜਿਹੜਾ ਸੰਤਾਂ ਦਾ ਮਾਰਿਆ ਹੋਇਆ ਬੰਦਾ ਹੈ ਨਾ ਜੀ, ਉਸ ਨੂੰ ਸੰਸਾਰ ਵਿੱਚ ਫਿਰ ਰੱਬ ਵੀ ਨਹੀਂ ਜੇ ਰੱਖ ਸਕਦਾ, ਕੋਈ ਨਹੀਂ ਰੱਖ ਸਕਦਾ ਉਹਨੂੰ ਫਿਰ ਤਿੱਥੇ ਖੜ ਪਾਇਓ ਜਿੱਥੇ ਮਹਾ ਹਤਿਆਰ ਆ, ਬਸ ਫਿਰ ਉੱਥੇ ਉਹਦਾ ਉਹੀ ਹਾਲ ਹੁੰਦਾ। ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ। ਥਾਨ ਦਾ ਇੱਥੇ ਮਤਲਬ ਹੈ ਜੀ ਹਿਰਦਾ ਰੂਪੀ ਥਾਂ। ਸੰਤ ਕੈ ਦੂਖਣ, ਸੰਤਾਂ ਦੀ ਨਿੰਦਿਆ ਕਰਨ ਵਾਲੇ ਬੰਦੇ ਦਾ ਹਿਰਦਾ ਰੂਪੀ ਜਿਹੜਾ ਥਾਂ ਹੈ ਉਹ ਭ੍ਰਸ਼ਟ ਹੋ ਜਾਂਦਾ ਹੈ, ਮੈਲਾ ਹੋ ਜਾਂਦਾ ਹੈ, ਉਹ ਉਜਵਲ, ਉਹ ਸਾਫ਼ ਨਹੀਂ ਰਹਿੰਦਾ। ਤੇ ਭ੍ਰਸ਼ਟੇ ਹੋਏ ਨੂੰ ਤੇ ਲੋਕੀ ਮੱਥੇ ਵੀ ਨਹੀਂ ਲੱਗਣ ਦਿੰਦੇ। ਸੋ ਅਗਲਾ ਬਚਨ ਜਿਹੜਾ ਹੈ ਅਖੀਰਲਾ ਹੈ, ਸੰਤ ਕਿਰਪਾਲ ਕਿਰਪਾ ਜੇ ਕਰੈ। ਵੈਸੇ ਸੰਤ ਹੁੰਦੇ ਹੀ ਕਿਰਪਾਲੂ ਨੇ ਜੀ, ਉਹ ਕ੍ਰੋਧਵਾਨ ਹੁੰਦੇ ਹੀ ਨਹੀਂ, ਉਹ ਹਮੇਸ਼ਾ ਕਿਰਪਾ ਦੇ ਘਰ ਵਿੱਚ ਰਹਿੰਦੇ ਨੇ। ਕਿਰਪਾਲ ਦਾ ਮਤਲਬ ਹੁੰਦਾ ਕਿਰਪਾ ਜਮਾ ਆਲਿਆ, ਕਿਰਪਾ ਦਾ ਘਰ। ਸੰਤ ਜਿਹੜੇ ਹੁੰਦੇ ਨੇ ਉਹ ਕਿਰਪਾ ਦੇ ਘਰ ਹੀ ਹੁੰਦੇ ਨੇ। ਤੇ ਜੇ ਕੋਈ ਕਿਰਪਾ ਦਾ ਘਰ ਸੰਤ ਕਿਰਪਾ ਜੇ ਕਰੈ, ਇੱਥੇ ਸ਼ਬਦ ਨਾ ਜੇ ਲੱਗਾ ਹੋਇਆ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਕਰ ਦੇਵੇ, ਭਲਾ ਜੇ ਨਾ ਕਰੇ ਤੇ ਫਿਰ ਕੀ ਕਰ ਲਾਂਗੇ? ਜੇ ਨਾ ਕਰੇ ਆਪਾਂ ਤਾਂ ਵੀ ਕੁਝ ਨਹੀਂ ਕਰ ਸਕਦੇ, ਜੇ ਕਰ ਦੇਵੇ ਤੇ ਫਿਰ ਇਹ ਉਹਦੀ ਵਡਿਆਈ ਹੈ, ਇਹ ਉਹਦੀ ਮਹਾਨਤਾ ਹੈ, ਇਹ ਉਹਦਾ ਕਿਰਪਾਲੂ ਸੁਭਾਅ ਹੈ। ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਸੰਤਾਂ ਦੀ ਸੰਗਤ ਵਿੱਚ ਆ ਕੇ, ਇਹ ਹੈ ਸੰਤਾਂ ਦੀ ਸ਼ਰਨ ਵਿੱਚ ਆਉਣਾ, ਸੰਗਤ ਵਿੱਚ ਆਉਣਾ। ਤੇ ਸੰਗਤ ਵਿੱਚ ਆਉਣਾ ਕੀ ਅਸੀਂ ਉੱਤੇ ਸਮਝਿਆ ਸੀ ਕਿ ਦੁਰਮਤ ਸਗਲ ਬਿਨਾਸੀ। ਜਦੋਂ ਸੰਤਾਂ ਦੀ, ਗੁਰੂਆਂ ਦੀ ਸੰਗਤ ਕਰਦੇ ਹਾਂ ਸਾਡੇ ਅੰਦਰੋਂ ਦੁਰਮਤ ਦਾ ਨਾਸ ਹੋ ਜਾਏ, ਮਾੜੀ ਮਤ ਖਤਮ ਹੋ ਜਾਏ। ਜਦੋਂ ਉਹ ਗੱਲ ਵਾਪਰ ਜਾਏ, ਨਿੰਦਕ ਭੀ ਤਰੈ, ਫਿਰ ਉਹ ਨਿੰਦਕ ਮਨੁੱਖ ਵੀ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਉਹਦਾ ਵੀ ਭਲਾ ਹੋ ਜਾਂਦਾ ਹੈ। ਸੋ ਇਹ ਬਚਨ ਆਪਾਂ ਅੱਜ ਨਾ ਜੀ ਇਸ ਜਿਹੜਾ ਬੰਦ ਪੜਿਆ ਉਹਦੇ ਵਿੱਚੋਂ ਅਸੀਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਈਏ ਕਿ ਸਾਨੂੰ ਕਦੀ ਵੀ ਸੰਤਾਂ ਦੀ, ਮਹਾਂਪੁਰਸ਼ਾਂ ਦੀ ਜਾਂ ਕਿਸੇ ਦੀ ਵੀ ਸੰਸਾਰ ਵਿੱਚ ਕੋਈ ਵੀ ਚੀਜ਼ ਹੈ, ਕੋਈ ਵੀ ਜੀਵ ਹੈ, ਸਾਨੂੰ ਉਸ ਦੀ ਬਿਨਾਂ ਵਜ੍ਹਾ ਤੋਂ ਨਿੰਦਿਆ ਨਹੀਂ ਕਰਨੀ ਚਾਹੀਦੀ ਔਰ ਬਿਨਾਂ ਵਜ੍ਹਾ ਤੋਂ ਉਸਤਤ ਵੀ ਨਹੀਂ ਕਰਨੀ ਚਾਹੀਦੀ। ਦੋਵੇਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ। ਜੇ ਅਸੀਂ ਕਰਦੇ ਹਾਂ ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਅਜੇ ਸੰਤਾਂ ਦੀ, ਗੁਰੂਆਂ ਦੀ ਸੰਗਤ, ਉਹਨਾਂ ਦੀ ਸ਼ਰਨ ਵਿੱਚ ਅਜੇ ਨਹੀਂ ਆਏ। ਜਿੱਦਣ ਆਪਾਂ ਉਹਨਾਂ ਦੀ ਸ਼ਰਨ ਵਿੱਚ ਆ ਗਏ ਫਿਰ ਆਪਾਂ ਇਹ ਚੀਜ਼ਾਂ ਨਹੀਂ ਕਰਾਂਗੇ। ਸੋ ਅੱਜ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲਾ ਜਿਹੜਾ ਬੰਦ ਨੰਬਰ 2 ਫਿਰ ਆਪਾਂ ਆਉਣ ਵਾਲੇ ਸਮੇਂ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੇ ਆਪ ਨੂੰ ਵੀ ਆਖਦਾ ਹਾਂ ਤੇ ਤੁਹਾਡੇ ਵੀ ਸਾਰਿਆਂ ਤੋਂ ਇਹ ਆਸ ਰੱਖਦਾ ਹਾਂ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਅਸੀਂ ਕਿਸੇ ਵੀ ਪ੍ਰਾਣੀ ਦੀ, ਕਿਸੇ ਵੀ ਗੁਰਮੁਖ ਦੀ ਕਦੀ ਨਿੰਦਿਆ ਨਾ ਕਰੀਏ। ਨਿੰਦਿਆ ਕਰਨ ਦਾ ਜਿਹੜਾ ਫਲ ਹੈ ਭਾਈ ਉਹ ਬਹੁਤ ਮਾੜਾ ਹੈ। ਇਹ ਸਾਨੂੰ ਗੁਰਬਾਣੀ ਵਿੱਚੋਂ ਸਮਝ ਆਇਆ ਹੈ। ਜਿੰਨਾ ਮੈਨੂੰ ਅੱਜ ਸਮਝ ਆਇਆ ਇੰਨਾ ਪਹਿਲਾਂ ਨਹੀਂ ਸੀ ਆਇਆ। ਸਗੋਂ ਇਹ ਮੈਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ। ਤੁਸੀਂ ਮੈਨੂੰ ਇਸ ਪਾਸੇ ਪ੍ਰੇਰਨਾ ਕਰਦੇ ਰਹਿੰਦੇ ਹੋ ਕਿ ਮੈਂ ਸੁਖਮਨੀ ਸਾਹਿਬ ਦੀ ਬਾਣੀ ਦੀ ਵਿਚਾਰ ਕਰਾਂ, ਮੈਂ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਕਰਾਂ। ਮੈਂ ਕੌਣ ਆ ਵਿਚਾਰ ਕਰਨ ਵਾਲਾ, ਪਰ ਤੁਹਾਡੀ ਸਹਾਇਤਾ ਨਾਲ ਆਪਾਂ ਰਲ ਮਿਲ ਕੇ ਇਸ ਬਾਣੀ ਨੂੰ ਹੋਰ ਗਹਿਰਾਈ ਤੱਕ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਜਿਵੇਂ ਇਸ ਨੂੰ ਗਹਿਰਾਈ ਤੱਕ ਸਮਝਣ ਦੀ ਕੋਸ਼ਿਸ਼ ਮੈਂ ਕਰਦਾ ਤੇ ਤੁਸੀਂ ਵੀ ਕਰਦੇ ਹੀ ਹੋ। ਬਸ ਆਪਾਂ ਨਾ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਥਾਂ ਦੇ ਲੈਣੀ ਹੈ। ਮੈਂ ਤੇ ਬੜਾ ਹੀ ਕੱਲ ਪਰਸੋਂ ਦਾ ਮਨ ਨੂੰ ਆਖੀ ਜਾਂਦਾ ਕਿ ਮਨਾ ਅੱਜ ਤੋਂ ਬਾਅਦ ਕਿਸੇ ਦੀ ਨਿੰਦਿਆ ਨਹੀਂ ਕਰਨੀ। ਇਹ ਸ਼ਬਦ ਜਿਹੜਾ ਮੈਂ ਚੌਥੇ ਪਾਤਸ਼ਾਹ ਦਾ ਉੱਤੇ ਪੜ੍ਹਿਆ ਨਾ ਜੀ ਤੁਹਾਡੇ ਨਾਲ ਤਪੇ ਵਾਲਾ, ਖਰੇ ਮੈਂ ਕਿੰਨੀ ਵਾਰੀ ਪੜ੍ਹਿਆ।
ਪਰ ਜਿਵੇਂ ਅੱਜ ਇਹਨੇ ਦਿਲ ਤੇ ਚੋਟ ਕੀਤੀ ਹੈ ਨਾ, ਇਸ ਤਰ੍ਹਾਂ ਪਹਿਲਾਂ ਕਦੀ ਨਹੀਂ ਹੋਈ। ਅੱਜ ਤੇ ਬੜੀ ਹੀ ਚੋਟ ਵੱਜੀ ਹੈ, ਔਰ ਇਸ ਚੋਟ ਨੇ ਮੈਨੂੰ ਪਿਛਲੀ ਸਾਰੀ ਜ਼ਿੰਦਗੀ ਮੈਨੂੰ ਯਾਦ ਕਰਵਾ ਦਿੱਤੀ ਹੈ ਕਿ ਤੂੰ ਆ ਚੀਜ਼ਾਂ ਕੀਤੀਆਂ ਨੇ, ਹੁਣ ਮਾਫੀ ਮੰਗ। ਤੇ ਮੈਂ ਮੰਗਦਾ, ਮੈਂ ਗੁਰੂ ਤੋਂ ਵੀ, ਤੁਹਾਡੇ ਤੋਂ ਵੀ, ਤੇ ਸਾਰਿਆਂ ਤੋਂ ਜਿਨ੍ਹਾਂ ਦੀ ਮੈਂ ਨਿੰਦਿਆ ਕੀਤੀ ਉਹਨਾਂ ਤੋਂ ਵੀ ਮੈਂ ਮਾਫੀ ਚਾਹੁੰਦਾ। ਮੈਂ ਅੱਗੇ ਤੋਂ ਕੋਸ਼ਿਸ਼ ਕਰਾਂਗਾ, ਮੈਂ ਕੰਨਾਂ ਨੂੰ ਹੱਥ ਲਾਉਣਾ ਮੈਂ ਨਹੀਂ ਕਰਾਂਗਾ। ਇਹ ਤੇ ਅੱਜ ਸਮਝ ਆਈ ਹੈ ਕਿ ਨਿੰਦਿਆ ਕਰਨ ਵਾਲੇ ਦਾ ਹਾਲ ਕੀ ਹੋਣਾ ਹੈ। ਸੋ ਭਾਈ ਗੁਰਮੁਖੋ, ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਗੁਰੂ ਦੀ ਬਾਣੀ ਨੂੰ ਵਿਚਾਰਤੇ ਰਹੇ ਹਾਂ, ਸਮਝਦੇ ਰਹੇ ਹਾਂ, ਪਰ ਇਸ ਨੂੰ ਨਾ ਹਿਰਦੇ ਵਿੱਚ ਥਾਂ ਜ਼ਰੂਰ ਦੇ ਲਈਏ। ਜੇ ਆਪਾਂ ਹਿਰਦੇ ਵਿੱਚ ਥਾਂ ਦੇ ਪਾਏ ਤੇ ਫਿਰ ਸਮਝੋ ਆਪਣਾ ਇਹ ਸਤ ਸੰਗਤ ਕੀਤੀ ਥਾਂ ਪੈ ਜਾਏਗੀ। ਆਪਣਾ ਮਨ ਨੂੰ ਆਪਾਂ ਫਿਰ ਨਾ ਗੁਰੂ ਦੀ ਸ਼ਰਨ ਵਿੱਚ ਆ ਗਏ ਹੋਵਾਂਗੇ। ਸੋ ਆਪਾਂ ਕੇਵਲ ਸੰਗਤ ਕਰਕੇ ਨਹੀਂ ਮੁੜ ਜਾਣਾ, ਆਪਾਂ ਗੁਰੂ ਦੀ ਸ਼ਰਨ ਵਿੱਚ ਪਹੁੰਚ ਜਾਣਾ ਹੈ। ਸੋ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤੁਸੀਂ ਮੌਕਾ ਦਿੱਤਾ ਤੇ ਮੈਂ ਇਸ ਬਾਣੀ ਨੂੰ ਹੋਰ ਗਹਿਰਾਈ ਵਿੱਚ ਸਮਝ ਪਾਇਆ। ਇੰਨਿਆਂ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ।